ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਸ਼ੁਰੂ ਕਰਾਂਗੇ ਕਿ ਮੁਲਕ ਵੰਡੇ ਗਏ, ਸੂਬੇ ਵੰਡੇ ਗਏ, ਪੰਜਾਬ ਨੂੰ ਇੱਕ ਸੂਬੀ ਬਣਾ ਕੇ ਰੱਖ ਦਿੱਤਾ ਗਿਆ, ਪਰ ਇਸ ਸਭ ਦੇ ਵਿਚਾਲੇ ਲੋਕਾਂ ਨੇ ਕੀ ਖੱਟਿਆ, ਆਮ ਲੋਕਾਂ ਨੂੰ ਕੀ ਮਿਲਿਆ। ਜਦੋਂ ਗੱਲ ਕਿਸਾਨੀ ਅੰਦੋਲਨ ਦੀ ਹੁੰਦੀ ਆ, ਅੰਦੋਲਨ ਸਿਆਸੀ ਏਜੰਡੇ ਦੀ ਹੁੰਦੀ ਹੈ। ਅੱਜ ਲਖਨਊ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਹੈ, ਉੱਥੇ ਮਿਸ਼ਨ ਯੂਪੀ ਚੱਲ ਰਿਹਾ, ਪੰਜਾਬ 'ਚ ਮਿਸ਼ਨ ਪੰਜਾਬ ਦੀ ਗੱਲ ਹੁੰਦੀ ਹੈ, ਤਾਂ ਇਸ ਸਭ ਦੇ ਵਿਚਾਲੇ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਅਸੀਂ ਮੁਲਕ ਨਾਲ ਵਪਾਰ ਦੀ ਜਦੋਂ ਗੱਲ ਅੱਗੇ ਕਿਉਂ ਨਹੀਂ ਕਰ ਸਕਦੇ। ਦੂਜੇ ਪਾਸੇ ਗੱਲ ਇਹ ਕਿ ਪੰਜਾਬ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ, ਪੰਜਾਬ ਦੀ ਆਰਥਿਕਤਾ ਨੂੰ ਅੱਗੇ ਕਰਨ ਦੇ ਲਈ ਅਸੀਂ ਕਿਉਂ ਸਰਕਾਰਾਂ ਤੇ ਹੀ ਸਿਰਫ ਨਿਰਭਰ ਰਹਿ ਜਾਂਦੇ ਹਾਂ, ਜਦੋਂ ਸਾਨੂੰ ਨਿਵੇਸ਼ ਦੇ ਹੋਰ ਬੜੇ ਰਾਹ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਪੰਜਾਬੀ ਨਿਵੇਸ਼ ਕਰਨ ਦੇ ਲਈ ਤਿਆਰ ਨੇ, ਉਹਨਾਂ ਦੇ ਲਈ ਰਾਹ ਪੱਧਰਾ ਕਿਉਂ ਨਹੀਂ ਕਰਦੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਗੱਲ ਮਹਾ ਪੰਜਾਬ ਦੀ ਵੀ ਹੋਏਗੀ ਕਿ ਇਹਨਾਂ ਸਿਆਸਤਦਾਨਾਂ ਨੇ ਕਿਸ ਤਰ੍ਹਾਂ ਪੰਜਾਬ ਨੂੰ ਵੰਡਿਆ। ਹਰਿਆਣੇ 'ਚ ਬੈਠੇ ਪੰਜਾਬੀ ਜਿਸ ਤਰ੍ਹਾਂ ਦਾ ਭਾਈਚਾਰਕ ਏਕਤਾ ਅਸੀਂ ਜਿਹੜਾ ਕਿਸਾਨੀ ਅੰਦੋਲਨ ਦੇ ਦੌਰਾਨ ਦੇਖਿਆ, ਜਾਂ ਪੂਰੇ ਮੁਲਕ ਦੇ ਕਿਸਾਨ ਜਿਹੜੇ ਉੱਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਉਸ ਨੇ ਇੱਕ ਵੱਡੀ ਮਿਸਾਲ ਜਿਹੜੀ ਹੈ ਉਹ ਖੜੀ ਕੀਤੀ ਹੈ। ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਅਮੀਰ ਸਿੰਘ ਜੀ। ਗੱਲ ਇੱਕ ਵਾਰ ਫਿਰ ਤੋਂ ਉੱਥੋਂ ਸ਼ੁਰੂ ਹੋ ਗਈ ਕਿ ਆਖਿਰਕਾਰ ਪੰਜਾਬ ਨੂੰ ਵੰਡਿਆ ਕਿਉਂ ਗਿਆ। ਇੱਕ ਪਾਸਾ ਪੰਜਾਬ ਦਾ ਪਾਕਿਸਤਾਨ ਦੇ ਵਿੱਚ, ਦੂਜਾ ਪਾਸਾ ਹਰਿਆਣੇ ਤੇ ਇੱਧਰ ਸਾਡੇ ਵਾਲੇ ਪਾਸੇ ਭਾਰਤ ਦੇ ਵਿੱਚ ਰਿਹਾ। ਇੱਥੇ ਸਿਆਸਤਾਂ ਨੇ ਰਾਜ ਕੀਤਾ, ਸਿਆਸਤਦਾਨਾਂ ਨੇ ਰਾਜ ਕੀਤਾ, ਵੰਡੀਆਂ ਪਾਈਆਂ ਗਈਆਂ, ਪਰ ਆਮ ਲੋਕਾਂ ਨੂੰ ਕਹਿ ਲਓ ਕਿ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹਦੇ ਵਿੱਚੋਂ ਮਿਲਿਆ ਕੀ? ਅਸਲ ਦੇ ਵਿੱਚ ਜਿਹੜਾ ਪੁਰਾਣਾ ਸੈਟਅਪ ਸੀਗਾ, ਜਦੋਂ ਮੁਗਲਾਂ ਤੋਂ ਪਾਵਰ ਟਰਾਂਸਫਰ ਹੁੰਦੀ ਹੈ ਅੰਗਰੇਜ਼ਾਂ ਨੂੰ, ਅੰਗਰੇਜ਼ ਪੰਜਾਬ ਦੇ ਵਿੱਚ ਤਾਂ ਲਗਭਗ 100 ਸਾਲ ਬਾਅਦ 'ਚ ਆਏ ਨੇ, ਜਿਹੜੇ ਦੂਜੇ ਭਾਰਤ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ। ਔਰ ਕਿਉਂਕਿ ਪਹਿਲਾਂ 40 ਸਾਲ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਰਿਹਾ, ਸਤਲੁਜ ਤੋਂ ਪਰਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ। ਉਦੋਂ ਬਾਅਦ ਉਹਨਾਂ ਦੀ ਮੌਤ ਤੋਂ 10 ਸਾਲਾਂ ਬਾਅਦ ਜਾ ਕੇ ਕਿਤੇ 1849 ਦੇ ਵਿੱਚ ਅੰਗਰੇਜ਼ ਪੰਜਾਬ ਤੇ ਕਬਜ਼ਾ ਉਸ ਰੂਪ ਦੇ ਵਿੱਚ ਕਰਦੇ ਨੇ। ਔਰ ਫਿਰ ਵੀ ਜਿਹੜੀ ਜਦੋਜਹਿਦ ਹੋਈ ਉਸ ਪਾਸੇ, ਉਸ ਸਮੇਂ ਵੀ ਆਜ਼ਾਦੀ ਦੇ ਲਿਹਾਜ਼ ਦੇ ਨਾਲ ਜਾਂ ਬਾਕੀ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਲਿਹਾਜ਼ ਦੇ ਨਾਲ, ਉਹਦੇ 'ਚ ਪੰਜਾਬੀਆਂ ਦਾ ਤੇ ਇਸ ਖਿੱਤੇ ਦਾ, ਖਾਸ ਤੌਰ ਤੇ ਸਿੱਖਾਂ ਦਾ ਇੱਕ ਬੜਾ ਵੱਡਾ ਯੋਗ, ਕੁਰਬਾਨੀਆਂ ਦਾ ਜੇ ਦਾਇਰਾ ਅਸੀਂ ਦੇਖਾਂਗੇ ਤਾਂ ਉਹ ਜਿਹੜੀ ਆਬਾਦੀ ਦੀ ਰੇਸ਼ੋ ਦੇ ਵਿੱਚ, ਆਬਾਦੀ ਦੇ ਅਨੁਪਾਤ ਦੇ ਵਿੱਚ ਬਹੁਤ ਬੜਾ ਹਿੱਸਾ ਹੈ ਸੀ। ਚਾਹੇ ਉਹ ਜੇਲ੍ਹਾਂ 'ਚ ਹੋਵੇ, ਚਾਹੇ ਉਮਰ ਕੈਦਾਂ ਹੋਣ, ਚਾਹੇ ਉਹ ਫਾਂਸੀ ਦਾ ਹੋਵੇ, ਰੱਸੇ ਚੁੰਮੇ ਗਏ ਹੋਣ, ਵੱਖ-ਵੱਖ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਸੀ। ਔਰ ਇਹ ਗੱਲ ਇੱਕ ਆਮ ਕਹੀ ਜਾ ਰਹੀ ਹੈ ਕਿ ਅੰਗਰੇਜ਼ ਜਿਹੜਾ ਰਾਜ ਕਰਦਾ ਸੀ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਕਰਦਾ ਸੀ, ਫੁੱਟ ਪਾਓ ਤੇ ਰਾਜ ਕਰੋ। ਬਿਲਕੁਲ ਮੈਨੂੰ ਲੱਗਦਾ ਹਰ ਹੁਕਮਰਾਨ ਜਿਹੜਾ ਪਹਿਲਾਂ ਵੀ ਰਿਹਾ ਤੇ ਉਦੋਂ ਬਾਅਦ ਵੀ ਉਹ ਨਾਰਮਲੀ ਇਹ ਕੋਸ਼ਿਸ਼ ਕਰਦਾ ਕਿ ਜੇ ਫਟੇ ਰਹਿਣ ਲੋਕ ਤਾਂ ਮੇਰੇ ਖਿਲਾਫ ਨਹੀਂ ਹੋਣਗੇ। ਪਰ ਸਵਾਲ ਇਹਦੇ ਤੋਂ ਬਾਅਦ ਇਹ ਖੜਾ ਹੁੰਦਾ ਹੈ ਕਿ ਕੀ 47 ਦੇ ਵਿੱਚ ਪੰਜਾਬ ਦੀ, ਬੰਗਾਲ ਦੀ ਜਾਂ ਦੇਸ਼ ਦੀ ਵੰਡ ਦੇ ਸਮੇਂ ਕੇਵਲ ਤੇ ਕੇਵਲ ਅੰਗਰੇਜ਼ ਦੋਸ਼ੀ ਸੀ, ਇਹ ਮੰਨ ਲਿਆ ਜਾਏ। ਔਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੇ ਦੇਸ਼ ਵੰਡਤਾ, ਤਾਂ ਦੂਜੀਆਂ ਧਿਰਾਂ ਨੂੰ ਅਸੀਂ ਬਿਲਕੁਲ ਮਤਲਬ ਨਜ਼ਰਅੰਦਾਜ਼ ਕਰ ਦਿੰਦੇ ਆ ਜਾਂ ਬਰੀ ਕਰ ਦਿੰਦੇ ਆ। ਤੇ ਜੇ ਅਸੀਂ ਐਕਚੁਅਲ ਇਤਿਹਾਸ ਦੇਖੀਏ, ਆਮ ਤੌਰ ਤੇ ਜਿਹੜੀ ਰੂਲਿੰਗ ਧਿਰ ਹੁੰਦੀ ਹੈ, ਸੱਤਾਧਾਰੀ ਧਿਰ ਹੋ ਜਾਂਦੀ ਹੈ, ਉਹ ਆਪਣੇ ਪੱਖ ਦਾ ਇਤਿਹਾਸ ਜ਼ਿਆਦਾ ਪਾਪੂਲਰ ਕਰਦੀ ਹੈ, ਚਾਹੇ ਕਿਤਾਬਾਂ 'ਚ ਲਿਖਿਆ ਹੋਵੇ, ਚਾਹੇ ਉਦੋਂ ਬਾਅਦ ਜਿਹੜਾ ਜਾਂ ਦੂਜਾ ਇਤਿਹਾਸ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਇੱਥੇ ਸਾਡੇ ਕੀ ਪੜ੍ਹਾਇਆ ਗਿਆ? ਸਾਡੇ ਅੰਗਰੇਜ਼ ਤੇ ਮੁਸਲਿਮ ਲੀਗ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਦੋਨਾਂ ਨੂੰ, ਕਿ ਜੀ ਇਹ ਦੋਨੋਂ ਜਿਹੜੇ ਫੁੱਟ ਦੇ ਤੌਰ ਤੇ ਉਹ ਕਰਦੇ ਨੇ। ਪਰ ਸਵਾਲ ਕੀ ਹੈ? ਇੱਕ ਮੌਲਾਨਾ ਆਜ਼ਾਦ ਜਿਹੜੇ ਸਾਡੇ ਪਹਿਲੇ ਸਿੱਖਿਆ ਮੰਤਰੀ ਰਹੇ, ਹਿਊਮਨ ਰਿਸੋਰਸਿਸ ਮਿਨਿਸਟਰ ਰਹੇ, ਜਿਹੜੇ ਕਾਂਗਰਸ ਪਾਰਟੀ ਦੇ ਵੀ 7-8 ਸਾਲ ਪ੍ਰਧਾਨ ਰਹੇ ਨੇ ਆਜ਼ਾਦੀ ਤੋਂ ਪਹਿਲਾਂ, ਉਹਨਾਂ ਦੀ ਕਿਤਾਬ ਹੈ ਜਿਹਦੀ ਕਾਫੀ ਚਰਚਾ ਬਹੁਤੀ ਨਹੀਂ ਹੋਈ ਪਰ ਕਈ ਵਾਰ ਵਿੱਚ ਚਰਚਾ ਹੁੰਦੀ ਹੈ, ਇੰਡੀਆ ਬਿੰਜ ਫਰੀडम। ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ ਕਾਂਗਰਸ ਦਾ ਕਿੰਨਾ ਵੱਡਾ ਰੋਲ ਹੈ ਇਹਨੂੰ ਉਸ ਸਮੇਂ ਦੀ ਨੂੰ ਦੇਸ਼ ਦੇ ਵਿੱਚ ਵੰਡ ਦੇ ਵਿੱਚ, ਕਿਉਂਕਿ ਕੈਬਨਿਟ ਮਿਸ਼ਨ ਯੋਜਨਾ ਇੱਕ ਆਈ ਸੀ 1946 ਦੇ ਵਿੱਚ। ਵੈਸੇ ਤਾਂ ਉਹ ਜ਼ਿਕਰ ਹੁੰਦਾ 1937 ਤੋਂ ਲੈ ਕੇ ਲਗਾਤਾਰ ਕਿ ਯੂਪੀ ਦੇ ਵਿੱਚ ਸਹਿਮਤੀ ਵਾਲੀ ਸਰਕਾਰ ਬਣਦੀ ਸੀ, ਕਿਵੇਂ ਉਹ ਬਿਟਰੇਲ ਹੋਇਆ, ਵੱਖ-ਵੱਖ ਥਾਵਾਂ ਤੇ ਕਿਵੇਂ ਹੋਇਆ। ਪੰਜਾਬ ਦਾ ਜਿਹੜਾ ਹਿੱਸਾ ਸੀ
ਇਹਦੇ 'ਚ ਤਾਂ ਉਦੋਂ ਬਾਅਦ ਵੀ ਨਾ ਕਾਂਗਰਸ ਦਾ ਨਾ ਮੁਸਲਿਮ ਲੀਗ ਦਾ ਬਹੁਤਾ ਦਬਦਬਾ ਨਹੀਂ ਸੀ। ਪੰਜਾਬ ਦੇ ਵਿੱਚ ਆਜ਼ਾਦੀ ਦੇ ਸਮੇਂ ਵੀ ਯੂਨੀਅਨਿਸਟ ਪਾਰਟੀ ਦਾ ਰਾਜ ਸੀ ਪੂਰੇ ਪੰਜਾਬ ਦੇ ਵਿੱਚ। ਜਿਹੜੀ ਪਾਰਟੀ ਵੰਡ ਦੇ ਖਿਲਾਫ ਸੀ, ਜਿਹੜੀ ਪਾਰਟੀ ਨੇ ਵੰਡ ਦੇ ਖਿਲਾਫ ਸਟੈਂਡ ਲਿਆ ਲਗਾਤਾਰ, ਪਰ ਕਿਉਂਕਿ ਦਿੱਲੀ ਲੈਵਲ ਦਾ ਮਾਮਲਾ ਸੀ, ਇਦੋਂ ਪਹਿਲਾਂ ਵੀ 1946 ਦੇ ਵਿੱਚ ਇੱਕ ਕੈਬਨਿਟ ਮਿਸ਼ਨ ਯੋਜਨਾ ਆਈ। ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਇਹ ਫਾਰਮੂਲਾ ਲੱਭਿਆ, ਦਿਖਾਇਆ ਗਿਆ ਕਿ ਭਾਰਤ ਇਕੱਠਾ ਰਹੂਗਾ, ਟੋਟਲ ਜਿਹੜਾ ਆਜ਼ਾਦ ਦੇਸ਼ ਹੋਏਗਾ ਉਹਦੇ 'ਚ ਜਿੱਥੇ ਘੱਟ ਗਿਣਤੀਆਂ ਬਹੁ ਗਿਣਤੀ 'ਚ ਨੇ, ਜਿਵੇਂ ਜਿੱਥੇ ਜਿੱਥੇ ਮੁਸਲਿਮ ਬਹੁ ਗਿਣਤੀ 'ਚ ਨੇ ਖਿੱਤਿਆਂ ਦੇ ਵਿੱਚ, ਉੱਥੇ ਉਹਨੂੰ ਵਿਆਪਕ ਅਧਿਕਾਰ ਦੇ ਦਿੱਤੇ ਜਾਣਗੇ, ਕੇਂਦਰ ਨੂੰ ਥੋੜੇ ਅਧਿਕਾਰ ਰਹਿਣਗੇ ਜੀ। ਔਰ ਇਹ ਰਿਕਾਰਡ ਦੀ ਗੱਲ ਹੈ ਕਿ ਕਾਂਗਰਸ ਨੇ ਵੀ ਔਰ ਮੁਸਲਿਮ ਲੀਗ ਨੇ ਵੀ ਗੱਲਬਾਤ ਦੇ ਦੌਰਾਨ ਮੰਨ ਲਿਆ ਸੀ। ਤੇ ਸਭ ਤੋਂ ਪਹਿਲਾਂ ਇਹਦੇ ਚੋਂ ਮਤਲਬ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਿਆਨ ਨਾਲ ਕਾਂਗਰਸ ਪਿੱਛੇ ਹਟੀ। ਉਹਨਾਂ ਨੇ ਇੱਕ ਬਿਆਨ ਦਿੱਤਾ ਜਾ ਕੇ ਕਿ ਜਦੋਂ ਸੰਵਿਧਾਨ ਘੜਨੀ ਸਭਾ 'ਚ ਅਸੀਂ ਜਾਵਾਂਗੇ ਉਦੋਂ ਕਾਂਗਰਸ ਇਦੋਂ ਪਹਿਲਾਂ ਵਾਲੇ ਕਿਸੇ ਵੀ ਸਮਝੌਤੇ ਦੀ ਪਾਬੰਦ ਨਹੀਂ ਹੋਏਗੀ। ਇਹਦਾ ਮਤਲਬ ਹੋ ਗਿਆ ਕਿ ਪਿੱਛੇ ਹਟ ਰਹੇ ਨੇ। ਫਿਰ ਉਹ ਸਿੱਧੇ ਐਕਸ਼ਨ ਦਾ ਸਵਾਲ ਆ ਗਿਆ, ਮੁਸਲਿਮ ਲੀਗ ਨੇ ਸ਼ੁਰੂ ਕਰਤਾ, ਬਸ ਦੰਗਿਆਂ ਵਾਲਾ ਇੱਕ ਮਾਹੌਲ ਬਣ ਗਿਆ। ਉਹਦੇ ਪਿੱਛੇ ਮੇਰੇ ਖਿਆਲ ਇੱਕ ਗੱਲ ਇਹ ਵੀ ਲਗਾਤਾਰ ਕਿਤੇ ਨਾ ਕਿਤੇ ਮਨ 'ਚ ਮੰਨੀ ਜਾ ਰਹੀ ਹੈ ਕਿ ਆਜ਼ਾਦੀ ਦੀ ਮੂਵਮੈਂਟ 'ਚ ਦੋ ਸੂਬਿਆਂ ਦਾ ਸਭ ਤੋਂ ਵੱਡਾ ਰੋਲ ਸੀ। ਕੱਲਾ ਆਜ਼ਾਦੀ ਨਹੀਂ, ਪਿਛੋਕੜ ਦੇ ਵਿੱਚ ਵੀ ਜੇਕਰ ਕਿਸੇ ਵੀ ਟਾਈਪ ਦੀਆਂ ਲਹਿਰਾਂ ਚੱਲਦੀਆਂ ਨੇ ਜਾਂ ਕੋਈ ਸਰਕਾਰਾਂ ਦੇ ਖਿਲਾਫ ਜੱਜ ਕੇ ਖੜਨ ਦੀ ਗੱਲ ਆਉਂਦੀ ਹੈ ਤਾਂ ਦੋ ਸੂਬਿਆਂ ਦਾ ਤਾਲਮੇਲ ਵੀ ਰਿਹਾ ਤੇ ਦੋ ਸੂਬਿਆਂ ਦੀ ਭੂਮਿਕਾ ਵੀ ਰਹੀ, ਉਹ ਹੈ ਬੰਗਾਲ ਤੇ ਪੰਜਾਬ। ਇਸੇ ਕਰਕੇ 47 ਚ ਵੰਡੇ ਦੋ ਸੂਬਿਆਂ ਦੀ ਹੁੰਦੀ ਹੈ। 47 ਚ ਦੇਸ਼ ਤਾਂ ਕਹਿੰਦੇ ਅਸੀਂ ਦੇਸ਼ ਵੰਡਿਆ ਗਿਆ, ਪਰ ਦੇਸ਼ ਦੇ ਵਿੱਚ ਤਾਂ ਵੰਡ ਕਿਹਦੀ ਹੋਈ? ਪੰਜਾਬ ਦੀ ਹੋਈ ਤੇ ਬੰਗਾਲ ਦੀ ਹੋਈ। ਔਰ ਜਿਹੜੇ ਮਰਨ ਵਾਲੇ ਸੀ ਉਦੋਂ 10 ਲੱਖ ਲੋਕ ਮਾਰੇ ਜਿਹੜੇ ਫਿਰਕੂ ਹਿੰਸਾ ਚ, ਧਾਰਮਿਕ ਹਿੰਸਾ ਚ, ਉਹ 10 ਲੱਖ ਚੋਂ 8 ਲੱਖ ਪੰਜਾਬੀ ਸੀ। 40 ਲੱਖ ਲੋਕ ਕਿਹਾ ਜਾਂਦਾ ਕਿ ਉਹ ਜ਼ਖਮੀ ਹੋਏ, ਉਹਦੇ ਚੋਂ ਬਹੁਤ ਗਿਣਤੀ ਪੰਜਾਬੀਆਂ ਦੀ ਸੀ। ਜਿਹੜੇ 2.5 ਕਰੋੜ ਲੋਕਾਂ ਨੇ ਮਾਈਗ੍ਰੇਸ਼ਨ ਕੀਤੀ ਇਧਰੋਂ ਉਧਰੋਂ ਇੱਧਰ, ਉਹਦੇ ਚ ਵੀ ਬਹੁਤ ਗਿਣਤੀ ਪੰਜਾਬੀਆਂ ਦੀ ਸੀ। ਤੇ ਪੰਜਾਬੀਆਂ ਨੇ ਆਪਸ ਚ ਕਟਾਵੱਡੀ ਹੋਈ, ਆਪਣੀ ਆਬਾਦੀ ਘੱਟ ਕਰ ਲਈ ਇਸ ਦੇਸ਼ ਦੇ ਵਿੱਚ, ਉਸ ਦੇਸ਼ ਦੇ ਵਿੱਚ ਚਲੇ ਗਏ। ਤੇ ਦੂਜੀ ਗੱਲ ਇਹ ਹੋਈ ਕਿ ਸਾਡੇ ਬਹੁਤ ਵੱਡੇ ਜਿਹੜੇ ਇਤਿਹਾਸਕ ਚੀਜ਼ਾਂ ਸੀ, ਚਾਹੇ ਉਹ ਸੱਭਿਆਚਾਰਕ ਚੀਜ਼ਾਂ ਸੀ, ਲਾਹੌਰ ਵਰਗੀ ਰਾਜਧਾਨੀ ਜਿਹੜੀ ਸਿੰਬਲ ਸੀ ਸਾਡੇ ਸੱਭਿਆਚਾਰ ਦਾ, ਪੰਜਾਬੀ ਸੱਭਿਆਚਾਰ ਦਾ, ਇਕੱਠੇ ਕੰਪੋਜਿਟ ਸੱਭਿਆਚਾਰ ਦਾ, ਉਹ ਚਲੀ ਗਈ। ਔਰ ਉਦੋਂ ਬਾਅਦ ਜਿਹੜੀਆਂ ਡਿਵੈਲਪਮੈਂਟਸ ਵੀ ਹੋਈਆਂ ਸਾਡੇ ਸਾਹਮਣੇ ਨੇ ਕਿ ਲਾਹੌਰ ਤੋਂ ਗਏ ਬੰਦੇ ਪੂਰੇ ਬੰਬੇ ਦੀ ਫਿਲਮ ਇੰਡਸਟਰੀ 'ਚ ਛਾਏ ਰਹੇ ਨੇ। ਬੰਬੇ ਤੋਂ ਜ਼ਿਆਦਾ ਇੰਪੋਰਟੈਂਟ ਸੀ ਲਾਹੌਰ ਉਸ ਸਮੇਂ, ਕਲਾ ਦੇ ਖੇਤਰ 'ਚ, ਸਿਨੇਮੇ ਦੇ ਖੇਤਰ 'ਚ, ਬਾਕੀ ਖੇਤਰਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ। ਉਹਨੇ ਜਿਹੜਾ ਪੰਜਾਬ ਦੇ ਵਿੱਚੋਂ ਫਿਰ ਨਾਲ ਇਹ ਵੀ ਹੋਇਆ ਕਿ ਜਿਹੜੇ ਉਸ ਪੰਜਾਬ 'ਚੋਂ ਉਜਾੜਾ ਹੋਇਆ ਉਹਦਾ ਇੱਕ ਬੜਾ ਵੱਡਾ ਹਿੱਸਾ ਕੋਈ ਦਿੱਲੀ ਵਸ ਗਿਆ, ਕੋਈ ਯੂਪੀ ਵਸ ਗਿਆ, ਕੋਈ ਕਿਤੇ ਜਾ ਕੇ ਵਸ ਗਿਆ, ਅਲੱਗ-ਅਲੱਗ ਜਗ੍ਹਾ ਉਹ ਖਿੰਡ ਗਿਆ। ਜਿਹੜੀ ਇੱਕ ਬੌਧਿਕ ਲੈਗੇਸੀ ਸੀ ਉਹ ਵੀ, ਜਿਹੜੀ ਇੱਕ ਹੁਨਰ ਸੀ ਉਹ ਵੀ, ਉਹ ਖਿੰਡਿਆ ਹੋਇਆ ਸਾਡੇ ਸਾਹਮਣੇ ਦਿਖਾਈ ਦਿੱਤਾ। ਉਹਦੇ ਵਿੱਚ ਇਹ ਸੀ, ਜੇ ਕਿਹਾ ਜਾਂਦਾ, ਇੱਕ ਵਾਰ ਮਨੀ ਸ਼ੰਕਰ ਅਈਅਰ ਜਲੰਧਰ 3 ਸਾਲ ਪਹਿਲਾਂ ਭਾਸ਼ਣ ਦੇ ਰਹੇ ਸੀ, ਉਹ ਕਹਿੰਦੇ ਸੀ ਜੇ ਦੇਸ਼ ਨਾ ਵੰਡਿਆ ਹੁੰਦਾ ਨਾ ਤਾਂ ਅੱਜ ਵਾਲਾ ਮਾਹੌਲ ਫਿਰਕਾ ਪ੍ਰਸਤੀ ਹੋ ਨਹੀਂ ਸੀ ਸਕਣੀ, ਕਿਉਂਕਿ ਆਬਾਦੀ ਦਾ ਪ੍ਰੋਫਾਈਲ ਇਹ ਨਹੀਂ ਸੀ ਵੀ ਯੂਪੀ ਦੇ ਰਾਹੀਂ ਜਾ ਰਿਹਾ ਹੁਣ ਪ੍ਰਧਾਨ ਮੰਤਰੀ, ਫਿਰ ਪੰਜਾਬ ਤੇ ਬੰਗਾਲ ਵੀ ਐਡੇ ਵੱਡੇ ਹੋਣੇ ਸੀ, ਇੱਕ ਬੈਲੈਂਸ ਬਣਨਾ ਸੀ ਆਬਾਦੀਆਂ ਦਾ ਵੀ। ਜਦੋਂ ਆਬਾਦੀ 'ਚ ਕੋਈ ਵੀ ਤੇ ਰੈਡੀ ਮੈਜੋਰਟੀ 'ਚ ਨਾ ਹੋਵੇ ਕਿ ਉਹ ਕੱਲੀ ਆਪਦੇ ਆਪ 'ਚ ਸਾਰਾ ਕੁਝ ਕਰ ਲੇ, ਤਾਂ ਇਹ ਚੀਜ਼ਾਂ ਫਿਰ ਬੈਲੈਂਸ ਹੋ ਜਾਂਦੀਆਂ ਨੇ, ਸੰਤੁਲਿਤ ਹੋ ਜਾਂਦੀਆਂ ਨੇ। ਜਿਹੜੇ 33,000 ਤੋਂ ਜ਼ਿਆਦਾ ਫਿਰਕੂ ਦੰਗੇ 1947 ਤੋਂ ਬਾਅਦ ਹੋਏ ਨੇ ਇਸ ਦੇਸ਼ ਦੇ ਵਿੱਚ, ਰਿਕਾਰਡਡ ਨੇ, ਉਹ ਤਾਂ ਹੋਏ ਨੇ ਕਿਉਂਕਿ ਉਹਦੀ ਬੁਨਿਆਦ ਫਿਰਕਾ ਪ੍ਰਸਤੀ ਤੇ ਰੱਖਤੀ, ਦੋ ਕੌਮਾਂ ਦੀ ਥਿਉਰੀ, ਧਰਮ ਦੇ ਆਧਾਰ ਤੇ ਦੇਸ਼ ਦੀ ਵੰਡ, ਉਹਦੇ ਆਧਾਰ ਤੇ ਅੱਗੇ ਫਿਰ ਚੀਜ਼ਾਂ ਸਾਡੇ ਵੋਟ ਪਤੰਤਰ ਹੈ, ਵੋਟ ਨੇ ਫਿਰ ਉਸ ਪਾਸੇ ਵੱਲ ਨੂੰ ਲਗਾਤਾਰ ਜਾਰੀ ਰੱਖਿਆ। ਉਹ ਜ਼ਖਮ ਅਜੇ ਤੱਕ ਵੀ ਪੰਜਾਬੀਆਂ ਦੇ ਹੱਲੇ ਨੇ। ਪੰਜਾਬੀ ਤਾਂ ਦੋਨੋਂ ਪਾਸੇ ਮਿਲਣਾ ਲੋਚਦੇ ਨੇ, ਇੱਕ ਦੂਜੇ ਨੂੰ ਗਲਵੱਕੜੀ ਪਾਉਂਦੇ ਨੇ, ਵਿਰਸਾ ਸਾਂਝਾ, ਬੋਲੀ ਸਾਂਝੀ, ਇਤਿਹਾਸ ਸਾਂਝਾ, ਲੜਾਈਆਂ ਸਾਂਝੀਆਂ ਲੜੀਆਂ, ਕਿੰਨੀਆਂ ਕੁਛ ਸਾਡੇ ਸਾਹਮਣੇ ਸੀਗਾ। ਜ਼ਮੀਨਾਂ ਜੰਮਣ ਭੋਏ ਦੀ ਗੱਲ ਸੀ ਕਿ ਲੋਕ ਉਹਨੂੰ ਤਰਸਦੇ ਨੇ। ਇਹ ਤਾਂ ਹੁਕਮਰਾਨਾਂ ਦੀ ਇੱਕ ਮਤਲਬ ਉਹ ਪਈ ਹੋਈ ਸੀ ਵੰਡ, ਜਿਹਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਰਾਸਦੀ ਉਸ ਪੱਧਰ ਦੇ ਉੱਤੇ ਲਿਆਂਦੀ। ਤੇ ਅਗਲੀ ਗੱਲ ਫਿਰ 47 ਤੋਂ ਬਾਅਦ ਦੀ ਸੀ। ਆਹ ਜਿਹੜਾ ਪੰਜਾਬ ਅਸੀਂ ਦੇਖਦੇ ਹਾਂ ਇਹ ਤਾਂ 47 ਤੋਂ ਬਾਅਦ ਦਾ। ਉਦੋਂ ਜਦੋਂ 47 ਹੋਈ ਉਦੋਂ ਪੰਜਾਬ ਦਾ ਤਾਂ ਬਹੁਤ ਥੋੜਾ ਪੋਰਸ਼ਨ ਆਇਆ। ਜਿਹੜਾ ਹੁਣ ਮਿਲ ਕੇ ਪੰਜਾਬ ਮਿਲਿਆ ਹੋਇਆ ਇਹਦੇ 'ਚ ਤਾਂ ਰਿਆਸਤਾਂ ਬਾਅਦ 'ਚ 1956 'ਚ ਜਾਰੀ ਮਤਲਬ ਸ਼ਾਮਲ ਕੀਤੀਆਂ ਨੇ।
ਸਤਲੁਜ ਤੋਂ ਇੱਧਰ ਜਿਹੜੀਆਂ ਰਿਆਸਤਾਂ ਸੀ, ਚਾਹੇ ਪਟਿਆਲਾ, ਜੀਂਦ, ਨਾਭਾ, ਜਿੰਨੀਆਂ ਵੀ ਰਿਆਸਤਾਂ ਸੀ, ਇਹ ਰਿਆਸਤਾਂ ਉਦੋਂ ਬਾਅਦ ਆਜ਼ਾਦੀ ਤੋਂ ਵੀ ਲਗਭਗ 10 ਸਾਲ ਬਾਅਦ ਸ਼ਾਮਲ ਹੋਈਆਂ ਪੈਪਸੂ ਸਟੇਟਸ ਸੀਗੀਆਂ। ਜੀ ਉਹ ਪੰਜਾਬ ਦਾ ਉਸ ਲੈਵਲ ਤੇ ਹਿੱਸਾ ਬਣਿਆ। ਔਰ ਚਲਦੇ ਚਲਦੇ ਫਿਰ ਇਹ ਹੋ ਗਿਆ ਕਿ ਹੁਣ ਪੰਜਾਬੀਆਂ ਦਾ ਜਿਹੜਾ ਇੱਕ ਪੁਰਾਣਾ ਮਤਲਬ 1947 ਦੀਆਂ ਗੱਲਬਾਤ ਦੇ ਵਿੱਚ ਜਿਹੋ ਜਿਹਾ ਖਿੱਤਾ ਮਿਲਣਾ ਸੀ, ਜਿਹੜੀ ਕਾਂਗਰਸ ਕਹਿੰਦੀ ਸੀ ਕਿ ਬਹਾਦਰੀ ਦੇ ਬਦਲੇ ਜਿਹੜੇ ਇਸ ਖਿੱਤੇ ਦੇ ਲੋਕ ਨੇ, ਖਾਸ ਤੌਰ ਤੇ ਸਿੱਖ ਨੇ, ਉਹਨਾਂ ਨੂੰ ਇੱਕ ਇਹੋ ਜਿਹਾ ਖਿੱਤਾ ਮਿਲਣਾ ਚਾਹੀਦਾ ਹੈ। 7 ਜੁਲਾਈ 1946 ਦਾ ਭਾਸ਼ਣ ਹੈ ਪੰਡਿਤ ਜਵਾਹਰ ਲਾਲ ਨਹਿਰੂ ਦਾ, ਕਿ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਪਰ ਜਦੋਂ 47 ਚੋਂ ਲੱਗਿਆ ਵੀ ਕਟਾਵੱਡੀ ਤਾਂ ਹੋ ਗਈ, ਪਰ ਮਿਲਿਆ ਤਾਂ ਕੁਝ ਹੈ ਨਹੀਂ, ਸਾਡਾ ਰਾਜ ਭਾਗ ਜੇ ਉਹ ਸਾਡਾ ਕਿੱਥੇ ਹੋਏਗਾ। ਉਹਦੇ ਚੋਂ ਫਿਰ ਇੱਕ ਗੱਲ ਚੱਲਦੀ ਹੈ ਕਿ ਕੀ ਕੀਤਾ ਜਾਏ। ਜੀ ਫਿਰ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਹਰਭਜਨ ਸਿੰਘ ਬਾਜਵਾ ਜਿਹੜੇ ਸ਼ਾਮਲ ਵੀ ਰਹੇ ਵੱਡੇ ਪੱਧਰ ਤੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ। ਉਹ ਕਹਿੰਦੇ ਨੇ ਫਿਰ ਸਾਨੂੰ ਇੱਕ ਰਾਏ ਦਿੱਤੀ ਡਾਕਟਰ ਅੰਬੇਦਕਰ ਨੇ ਕਿ ਹੁਣ ਧਰਮ ਦੇ ਆਧਾਰ ਤੇ ਤਾਂ ਤੁਹਾਡਾ ਸੂਬਾ ਨਹੀਂ ਮਿਲੇਗਾ, ਕਿਉਂਕਿ ਹਾਲਾਤ ਉਸੇ ਨੇ, ਨਾ ਤੁਹਾਡਾ ਪ੍ਰੋਫਾਈਲ, ਬਾਕੀ ਚੀਜ਼ਾਂ ਬਦਲ ਚੁੱਕੀਆਂ ਨੇ, ਸੰਵਿਧਾਨ ਵੀ ਹੋਰ ਹੈ ਬਾਕੀ ਨੇ। ਹੁਣ ਕਿਉਂਕਿ 1956 ਦੇ ਵਿੱਚ ਇੱਕ ਭਾਸ਼ਾ ਨੀਤੀ ਬਣ ਗਈ, ਉਦੋਂ ਪਹਿਲਾਂ ਪੜ ਗਈ 1954 ਦੇ ਵਿੱਚ, ਜਿਹਦੇ ਆਧਾਰ ਤੇ ਹੁਣ ਬੋਲੀ ਦੇ ਆਧਾਰ ਤੇ ਸੂਬੇ ਨਿਰਧਾਰਿਤ ਹੋਣਗੇ ਇਸ ਦੇਸ਼ ਦੇ ਵਿੱਚ। ਇਸ ਕਰਕੇ ਤੁਸੀਂ ਪੰਜਾਬੀ ਬੋਲੀ ਦੇ ਨਾਂ ਤੇ ਪੰਜਾਬ ਮੰਗ ਸਕਦੇ ਹੋ। ਫਿਰ ਵੀ 1956 ਦੇ ਵਿੱਚ ਕਿੰਨੇ ਸੂਬੇ ਬਣਾ ਦਿੱਤੇ ਗਏ ਬੋਲੀ ਦੇ ਆਧਾਰ ਤੇ, ਪਰ ਪੰਜਾਬ ਨੂੰ 10 ਸਾਲ ਲੜਾਈ ਲੜਨੀ ਪਈ 1966 ਤੱਕ। ਉਹ ਲੜਾਈ ਦੇ ਵਿੱਚ ਵੀ ਕੀ ਹੋਇਆ, ਇਹ ਬੋਲੀ ਦੇ ਆਧਾਰ ਤੇ ਸੂਬਾ ਨਹੀਂ ਬਣਿਆ, ਕਿਉਂਕਿ ਫਿਰਕਾ ਪ੍ਰਸਤੀ ਉਦੋਂ ਸਾਡੇ ਸਾਹਮਣੇ ਸੀ। 1951 ਦੀ ਮਰਦਮਸ਼ੁਮਾਰੀ ਚ ਇੱਕ ਧਿਰ ਨੇ, ਜਿਹੜੀ ਉਦੋਂ RSS ਦੀ ਧਿਰ ਸੀ, ਉਹਨੇ ਕਿਹਾ ਕਿ ਪੰਜਾਬੀ ਬੋਲਦੇ ਜਿਹੜੇ ਹਿੰਦੂ ਨੇ ਉਹ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਓ। ਫਿਰ 1961 ਦੀ ਮਰਦਮਸ਼ੁਮਾਰੀ ਦੇ ਵਿੱਚ ਐਵੇਂ ਹੀ ਹੋਇਆ। ਪੰਜਾਬ ਨੂੰ 2 ਭਾਸ਼ੀ ਸੂਬਾ ਐਲਾਨਣ ਦੀ ਕੋਸ਼ਿਸ਼ ਹੋਈ, ਔਰ ਕੋਸ਼ਿਸ਼ ਹੀ ਨਹੀਂ ਹੋਈ, ਵੱਡੇ ਪੱਧਰ ਤੇ ਇਸ ਗੱਲ ਨੂੰ ਮੰਨਿਆ ਵੀ ਗਿਆ। ਇਸੇ ਕਰਕੇ ਜਿਹੜਾ ਪੰਜਾਬੀ ਸੂਬਾ ਵੀ ਬਣਨਾ ਸੀ, ਫਿਰ ਤਾਂ ਆ ਸਾਰਾ ਊਨਾ ਤਹਿਸੀਲ, ਬਾਕੀ ਜਿਹੜੇ ਪੰਜਾਬ ਦੇ ਅੰਬਾਲੇ ਜ਼ਿਲ੍ਹੇ ਦੇ ਹਿੱਸੇ ਸੀ ਟੋਟਲ, ਤੇ ਉਧਰ ਰਾਜਸਥਾਨ ਦਾ ਗੰਗਾਨਗਰ ਜ਼ਿਲ੍ਹੇ ਤੱਕ, ਹਰਿਆਣੇ ਦਾ ਕਿੱਡਾ ਵੱਡਾ ਹਿੱਸਾ ਜਿਹੜਾ ਪੰਜਾਬੀ ਬੋਲਦਾ ਸੀ ਤੇ ਪੰਜਾਬੀ ਚ ਹੀ ਗੱਲ ਕਰਦਾ ਸੀ, ਉਹ ਕਿਵੇਂ ਦੂਰ ਚਲੇ ਜਾਂਦੇ। ਫਿਰ ਪੰਜਾਬ ਪੂਰਾ ਬਣਨਾ ਸੀ ਨਾ। ਇਸੇ ਕਰਕੇ 1966 ਤੋਂ ਬਾਅਦ ਵੀ ਚੰਡੀਗੜ੍ਹ ਰਾਜਧਾਨੀ ਦੇ ਤੌਰ ਤੇ ਵੀ, ਪੰਜਾਬੀ ਬੋਲਦੇ ਇਲਾਕਿਆਂ ਦੇ ਤੌਰ ਤੇ ਵੀ ਇੱਕ ਮੰਗ ਸਦਾ ਹੀ ਲਗਾਤਾਰ ਜਾਰੀ ਰਹੀ ਹੈ, ਔਰ ਉਹ ਅਜੇ ਤੱਕ ਵੀ ਮੰਗ ਉੱਥੇ ਹੀ ਹੈ ਕਿ ਪੰਜਾਬੀ ਸਪੀਕਿੰਗ, ਪੰਜਾਬੀ ਬੋਲੀ ਦੇ ਆਧਾਰ ਤੇ ਜਿਹੜਾ ਉਹ ਨਹੀਂ। ਜਦੋਂ ਇੱਕ ਸੋਚੇ ਸਮਝੇ ਤਰੀਕੇ ਨਾਲ ਵਿਤਕਰੇ ਦੀ ਗੱਲ ਹੁੰਦੀ ਹੈ, ਤਾਂ ਉਹ ਵਿਤਕਰਾ ਜਿਹੜਾ ਸੰਤੁਸ਼ਟ ਸਮਾਜ ਦੀ ਸਿਰਜਣਾ ਨਹੀਂ ਕਰਦਾ। ਉਹ ਵਿਤਕਰਾ ਉਹ ਸੂਹਣ ਖੜੀ ਰੱਖਦਾ ਕਿ ਕਿਤੇ ਨਾ ਕਿਤੇ ਟਕਰਾਅ ਜਿਹੜਾ ਲਗਾਤਾਰ ਜਾਰੀ ਰਹੇ। ਮੈਨੂੰ ਲੱਗਦਾ ਕਿ ਉਦੋਂ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਸੀ, ਉਹ ਕੇਵਲ ਤੇ ਕੇਵਲ ਸਿੱਖਾਂ ਲਈ ਨਹੀਂ, ਉਹ ਪੰਜਾਬੀਅਤ ਦੀ ਇੱਕ ਦੇ ਆਧਾਰ ਤੇ ਮੰਗਿਆ ਗਿਆ ਸੀ। ਉਹਨੂੰ ਵੀ ਡਿਸਟਾਰਟ ਕੀਤਾ ਗਿਆ, ਉਹਨੂੰ ਵੀ ਇਮਾਨਦਾਰੀ ਨਾਲ ਨਹੀਂ ਦਿੱਤਾ ਗਿਆ। ਉਹ ਵੀ ਅਜੇ ਤੱਕ ਉਸੇ ਤਰੀਕੇ ਦੇ ਨਾਲ ਜਿਹੜਾ ਸਾਡੇ ਸਾਹਮਣੇ, ਚਾਹੇ ਕਦੇ ਮੰਗ ਦਬ ਜਾਂਦੀ ਹੈ, ਕਦੇ ਉੱਠ ਪੈਂਦੀ ਹੈ, ਉਹ ਅਲੱਗ ਗੱਲ ਹੈ, ਪਰ ਉਹਦਾ ਹੱਲ ਨਹੀਂ ਹੋਇਆ ਪ੍ਰੋਪਰ ਤਰੀਕੇ ਨਾਲ। ਇਹ ਲਗਾਤਾਰ ਦੀਆਂ ਜਦੋਜਹਿਦਾਂ ਪੰਜਾਬ ਝੱਲਦਾ ਆ ਰਿਹਾ ਹੁਣ ਤੱਕ ਸਾਡੇ ਸਾਹਮਣੇ ਨੇ। ਬਿਲਕੁਲ ਬਿਲਕੁਲ ਹਮੀਰ ਸਿੰਘ ਜੀ, ਇਹਦੇ ਵਿਚਾਲੇ ਜਿਹੜੇ ਹੁਣ ਇੱਕ ਵਾਰ ਫਿਰ ਇਸ ਮੰਗ ਨੇ ਜ਼ੋਰ ਫੜਿਆ ਕਿ ਜਦੋਂ ਅੰਦੋਲਨ ਚੱਲਦਾ ਸੀ, ਉਦੋਂ ਗੱਲ ਕਿਸਾਨਾਂ ਨੂੰ ਪੰਜਾਬ ਤੇ ਹਰਿਆਣੇ ਨੂੰ ਵੰਡਣ ਦੀ ਕੋਸ਼ਿਸ਼ ਹੋਈ। ਉੱਥੇ ਪਾਣੀਆਂ ਦੀ ਗੱਲ ਹੋਈ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਕਈਆਂ ਨਾਲ ਪਾਣੀ ਦੇ ਦਿਆਂਗੇ, ਸਾਡੇ ਛੋਟੇ ਵੱਡੇ ਭਰਾ ਵਾਲੀ ਗੱਲ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਹੁਣ ਅੱਜ ਜਦੋਂ ਪਾਕਿਸਤਾਨ ਦੇ ਨਾਲ ਵਪਾਰ ਖੁੱਲਣ ਦੀ ਗੱਲ ਹੁੰਦੀ ਹੈ, ਜਾਂ ਉਧਰ ਹਰਿਆਣੇ ਵਾਲੇ ਪੰਜਾਬੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਜਿਹੜਾ ਜੋੜਨ ਦੀ ਗੱਲ ਹੁੰਦੀ ਹੈ ਕਿ ਪੰਜਾਬ ਤੇ ਹਰਿਆਣੇ ਨੂੰ ਆਪਸ ਦੇ ਵਿੱਚ ਦਿੱਤਾ ਜਾਏ, ਰਾਹ ਖੁੱਲੇ ਰਹਿਣ, ਸਿਆਸਤਦਾਨਾਂ ਨੇ ਜਿਹੜਾ ਤੋੜਨ ਦੀ ਕੋਸ਼ਿਸ਼ ਜਿਹੜੀ ਕੀਤੀ ਉਹ ਅੱਜ ਵੀ ਕਰ ਰਹੇ ਨੇ। ਉਹ ਇਹਨੂੰ ਦੇਸ਼ ਧਰੋਹੀ ਜਾਂ ਰਾਜ ਧਰੋਹੀ ਗੱਦਾਰ ਕਹਿ ਦਿੱਤਾ ਜਾਂਦਾ ਹੈ, ਐਲਾਨ ਦਿੱਤਾ ਜਾਂਦਾ ਹੈ। ਜਿਵੇਂ ਹੁਣ ਪਾਕਿਸਤਾਨ ਨਾਲ ਜੇ ਵਪਾਰ ਖੁੱਲਦਾ ਹੈ ਤਾਂ ਫਾਇਦਾ ਜਿਹੜਾ ਉਹ ਮੁਕੰਮਲ ਇੱਧਰਲੀ ਲੋਕਾਈ ਤੇ ਉੱਧਰਲੀ ਸਾਰੇ ਪਾਸੇ ਮੁਲਕਾਂ ਨੂੰ ਵੀ ਫਾਇਦਾ ਹੁੰਦਾ, ਪਰ ਇਸ ਪਾਸੇ ਵੱਲ ਨੂੰ ਗੱਲ ਤੁਰਨ ਨਹੀਂ ਦਿੱਤੀ ਜਾਂਦੀ। ਉਹਨੂੰ ਸਾਰੇ ਕੁਝ ਨੂੰ ਸਿਆਸੀ ਰੰਗਤ ਦੇ ਦਿੱਤੀ ਜਾਂਦੀ ਹੈ ਕਿ ਕਿਸਾਨ ਸਿਆਸਤ ਕਰ ਰਹੇ ਨੇ। ਨਹੀਂ, ਉਹ ਤਾਂ ਇਹੀ ਹੈ ਕਿ ਮੈਨੂੰ ਤਾਂ ਲੱਗਦਾ ਪੂਰੇ ਦੇਸ਼ਾਂ ਨੂੰ ਫਾਇਦਾ ਹੋਣਾ। ਦੋਨੇ ਦੇਸ਼ਾਂ ਦੇ ਵਿੱਚ ਤੁਸੀਂ ਦੇਖੋ, ਭਾਰਤ ਦੇ ਵਿੱਚ ਵੀ ਸਾਡਾ ਭੁੱਖਮਰੀ ਚ 101ਵਾਂ ਨੰਬਰ ਹੈ। ਗਰੀਬੀ ਦੇ ਮਾਮਲੇ ਦੇ ਵਿੱਚ ਲਗਾਤਾਰ ਅਸੀਂ ਹਰ ਪੌੜੀ ਤੋਂ ਨੀਚੇ ਜਾ ਰਹੇ ਹਾਂ। ਚਾਹੇ ਜੋ ਮਰਜ਼ੀ ਕਹੀ, ਅਸੀਂ ਵਿਕਾਸ ਕਰ ਰਹੇ ਹਾਂ, ਇਕੱਲੇ ਬਿਆਨਾਂ ਨਾਲ ਤਾਂ ਢਿੱਡ ਨਹੀਂ ਭਰਨਾ ਨਾ ਕਿਸੇ ਦਾ। ਉਹ ਤਾਂ
ਲੋਕ ਦੇਖਦੇ ਨੇ ਔਰ ਬਹੁਤੀ ਗਰੀਬੀ ਕਿੱਥੇ ਹੈ, ਬਹੁਤੀ ਭੁੱਖਮਰੀ ਕਿੱਥੇ ਹੈ, ਉਸ ਹਿੱਸੇ ਦੇ ਵਿੱਚ ਹੈ ਭਾਰਤ ਦੇ, ਜਿਹਨੂੰ ਇਹ ਜਚਾਇਆ ਜਾ ਰਿਹਾ ਕਿ ਪਾਕਿਸਤਾਨ ਤੇ ਭਾਰਤ ਦੁਸ਼ਮਣ ਨੇ, ਜਿਹਨੂੰ ਜਚਾਇਆ ਜਾ ਰਿਹਾ ਕਿ ਜੇ ਬਾਰਡਰ ਖੁੱਲ ਗਿਆ ਪਤਾ ਨਹੀਂ ਕੀ ਹੋ ਜਾਊਗਾ। ਅਸਲ ਦੇ ਵਿੱਚ ਸਵਾਲ ਇਹ ਹੈ ਕਿ ਇੱਕ ਜ਼ਮਾਨੇ ਦੀ ਕੋਈ ਹਕੀਕਤ ਹੁੰਦੀ ਆ, ਮੰਨ ਲਓ ਕਿਹੜੇ ਵੀ ਕਾਰਨਾਂ ਕਰਕੇ 47 ਦੇ ਵਿੱਚ ਅਲੱਗ ਹੋ ਗਏ। ਬਿਲਕੁਲ। ਇਸੇ ਤਰ੍ਹਾਂ ਜਰਮਨ ਵੀ 1945 ਚ ਅਲੱਗ ਹੋ ਗਏ ਸੀ, ਯਮਨ ਵੀ ਅਲੱਗ ਹੋ ਗਿਆ ਸੀ, ਕੋਰੀਆ ਵੀ ਅਲੱਗ ਹੋ ਗਿਆ ਸੀ, ਤੇ ਉਹ ਸਾਰੇ ਵੀ ਇੱਕ ਖਾਸ ਸੈਕੰਡ ਵਰਲਡ ਵਾਰ ਦੇ ਦੌਰਾਨ ਅਲੱਗ ਹੋਏ ਸੀ। ਪਰ ਉਹਨਾਂ ਚੋਂ ਕਈਆਂ ਨੇ ਮੁੜ ਕੇ ਸੋਚਿਆ ਕਿ ਇਹਦਾ ਕੀ ਫਾਇਦਾ ਹੋਇਆ ਤੇ ਕੀ ਨੁਕਸਾਨ ਹੋਇਆ। ਤੇ ਜਦੋਂ ਨੁਕਸਾਨ ਸਾਹਮਣੇ ਆਇਆ ਬਹੁਤ ਵੱਡੇ ਪੱਧਰ ਤੇ, ਤਾਂ ਜਰਮਨ ਦੇ ਵਿੱਚ ਤਾਂ ਇੱਕ ਵੱਡੀ ਪਬਲਿਕ ਮੂਵਮੈਂਟ ਉੱਠੀ। ਬਰਲਿਨ ਦੇ ਵਿੱਚ ਤਾਂ ਦੀਵਾਰ ਕੱਢਤੀ ਸੀ, ਬਲਕਿ ਸਾਡੇ ਤਾਂ ਜੇ ਕੰਡੇ ਵਾਲੀ ਤਾਰ ਲੱਗੀ ਹੋਈ ਹੈ, ਉਹ ਦੀਵਾਰ ਢਾਤੀ ਲੋਕਾਂ ਨੇ, ਬਰਲਿਨ ਦੀ ਦੀਵਾਰ, ਕਿ ਨਹੀਂ ਅਸੀਂ ਇੱਕ ਪੂਰਾ ਦੇਸ਼ ਐਜੇ ਉਸ ਲੈਵਲ ਤੇ ਉੱਤੇ ਰਹਿਣਾ ਹੈ। ਔਰ ਯਮਨ ਦਾ ਸਵਾਲ ਵੀ ਇਹੀ ਹੋਇਆ, ਉਹਨਾਂ ਨੇ ਇਕੱਠੇ, ਕੋਰੀਆ ਵੀ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਕਿ ਆਪਾਂ ਮੈਚ ਟੀਮਾਂ ਇਕੱਠੀਆਂ ਭੇਜਿਆ ਕਰੀਏ, ਬਾਕੀ ਇਹ ਕਰਿਆ ਕਰੀਏ, ਉਹਦੇ 'ਚ ਗੱਲਬਾਤ ਚੱਲਦੀ ਹੈ ਉਸ ਪੱਧਰ ਦੇ ਉੱਤੇ। ਸਾਡੇ ਸਵਾਲ ਇਹ ਹੈ ਕਿ ਜਦੋਂ ਭਾਰਤ ਪਾਕਿਸਤਾਨ ਬਣੇ ਵੀ ਨੇ, ਉਦੋਂ ਬਾਅਦ ਅਸੀਂ ਲੜਾਈ ਤੇ ਫਰੰਟ ਤੇ ਰਹੇ। ਅਸੀਂ ਪਹਿਲਾਂ 48 ਚ ਲੜੀ, ਫਿਰ 65 ਚ ਲੜੀ, ਫਿਰ 71 ਚ ਲੜੀ, ਫਿਰ 99 ਦੇ ਵਿੱਚ ਆ ਕੇ ਕਾਰਗਿਲ ਲੜੀ। ਉਹਨਾਂ ਦਾ ਨਤੀਜਾ ਕੀ ਹੈ? ਨਤੀਜਾ ਅਰਬਾਂ ਰੁਪਇਆ ਬਰਬਾਦ ਕਰਨਾ, ਨਤੀਜਾ ਸੈਂਕੜੇ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕਰਨਾ, ਸੈਂਕੜੇ ਕੁੜੀਆਂ ਦੇ ਸੁਹਾਗ ਉਜਾੜਨ ਤੋਂ ਬਿਨਾਂ ਕਿਸੇ ਦੇਸ਼ ਨੇ ਇੱਕ ਦੂਜੇ ਚੋਂ ਕੀ ਲਿਆ? ਫਾਇਦਾ ਕੀ ਹੋਇਆ? ਤੁਸੀਂ ਉਹਦੇ ਤੇ ਕਬਜ਼ਾ ਕਰ ਲਿਆ ਜਾਂ ਉਹਨੇ ਤੁਹਾਡੇ ਤੇ ਕਬਜ਼ਾ ਕਰ ਲਿਆ? ਕਬਜ਼ਾ ਤਾਂ ਕਿਸੇ ਨੇ ਨਹੀਂ ਕੀਤਾ। ਬਾਕੀ ਅੱਜ ਦਾ ਦੌਰ ਉਹ ਹੈ ਕਿ ਇੱਕ ਦੇਸ਼ ਦੂਜੇ ਤੇ ਕਬਜ਼ਾ ਕਰਕੇ ਬੈਠ ਜੇ, ਇਹ ਸੰਭਵ ਹੀ ਨਹੀਂ ਹੈ। ਆਪਣਾ ਆਪਣਾ ਨਹੀਂ ਸੰਭਲਦਾ। ਔਰ ਇਹਨਾਂ ਜੰਗਾਂ ਨੇ ਤਾਂ ਬਰਤਾਨੀਆ ਇੰਨਾ ਸੀਮਤ ਕਰਤਾ ਕਿ ਜਿਹਦਾ ਸੂਰਜ ਨਹੀਂ ਸੀ ਛਿਪਦਾ ਹੁੰਦਾ, ਉਦੋਂ ਬਾਅਦ ਉਹਦਾ ਦੇਸ਼ ਹੀ ਟੁੱਟਣ ਨੂੰ ਫਿਰਦਾ ਹੈ। ਅਮਰੀਕਾ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਆਇਆ, ਹੱਥ ਬੰਨ੍ਹ ਕੇ ਵਾਪਸ ਭੱਜਿਆ ਕਿ ਮੇਰੇ ਤੋਂ ਨਹੀਂ ਤੁਹਾਡੇ ਤੇ ਐਸ ਸਿੱਧਾ ਕਬਜ਼ਾ ਰੱਖਿਆ ਜਾ ਸਕਦਾ ਉਸ ਪੱਧਰ ਦੇ ਉੱਤੇ। ਯੂਰਪ ਦੇ ਵਿੱਚ ਸਾਂਝੀ ਪਾਰਲੀਮੈਂਟ ਬਣ ਗਈ, ਸਾਂਝੀ ਕਰੰਸੀ ਬਣ ਗਈ ਤੇ ਸਾਂਝਾ ਆਰਥਿਕ ਭਾਈਚਾਰਾ ਤੁਹਾਡੇ ਸਾਹਮਣੇ ਹੈ। ਜਿਹੜੇ ਬਹੁਤ ਸਾਡੇ ਨਾਲੋਂ ਜ਼ਿਆਦਾ ਲੜਦੇ ਰਹੇ, 400 ਸਾਲ ਲੜੇ ਨੇ ਫਰਾਂਸ ਤੇ ਬਰਤਾਨੀਆ ਤਾਂ ਆਪਸ ਦੇ ਵਿੱਚ, ਪਰ ਉਹਨਾਂ ਨੇ ਸਮਝ ਲਿਆ ਜੇ ਵਿਕਾਸ ਕਰਨਾ ਹੈ ਤਾਂ ਹੁਣ ਯੂਰਪ ਦੇ ਤਾਂ ਕਿਸੇ ਦੇਸ਼ 'ਚ ਚਲੇ ਜਾਓ, ਵੀਜ਼ੇ ਦੀ ਲੋੜ ਨਹੀਂ, ਇੱਕ ਦੂਜੇ ਦੇ ਜਾਇਆ ਜਾ ਸਕਦਾ ਕਿਸੇ ਵੀ ਤਰੀਕੇ ਦੇ ਨਾਲ। ਤਾਂ ਜਿਹੜੇ ਲੋਕ, ਸਾਡਾ ਵੀ 47 ਤੋਂ ਬਾਅਦ ਅਸੀਂ ਦੇਖੀਏ, ਸਾਡਾ ਕਰਾਚੀ ਤੇ ਬੰਬੇ ਦੇ ਰਸਤੇ ਵਪਾਰ ਕਦੇ ਬੰਦ ਨਹੀਂ ਹੋਇਆ। ਬਿਲਕੁਲ। ਬੰਦਰਗਾਹ ਦੇ ਥਰੂ। ਇਹ ਠੀਕ ਆ, ਓਨਾ ਨਹੀਂ ਹੋ ਰਿਹਾ ਜਿੰਨਾ ਗੁਆਂਢੀ ਦੇਸ਼ਾਂ ਦੇ ਵਿੱਚ ਹੋਣਾ ਚਾਹੀਦਾ, ਪਰ ਉਹ ਚੱਲਦਾ ਹੈ ਕਿਉਂਕਿ ਉਹ ਬੰਬੇ ਦੇ ਤੇ ਕਰਾਚੀ ਦੇ ਕਾਰਪੋਰੇਟ ਨੂੰ ਜਾਂ ਵੱਡੇ ਅਮੀਰ ਘਰਾਣਿਆਂ ਨੂੰ ਸ਼ੂਟ ਕਰਦਾ ਕਿ ਵਪਾਰ ਸਾਨੂੰ ਤਾਂ ਫਾਇਦਾ ਉਧਰ ਦੀ ਜਾਣਾ ਚਾਹੀਦਾ। ਔਰ ਸੜਕ ਦੇ ਰਸਤੇ ਅਸੀਂ ਲੈਂਡ ਲੌਕਡ ਆ, ਸਾਡੇ ਕੋਲ ਤਾਂ ਕੋਈ ਸਮੁੰਦਰ ਨਹੀਂ ਹੈ, ਸਾਡੇ ਏਰੀਆ ਇਸ ਪੱਖ ਵਿੱਚ ਕੋਈ ਹੋਰ ਗੱਲ ਨਹੀਂ ਹੈ। ਸੜਕਾਂ ਜਾਂਦੀਆਂ ਸੀ, ਟ੍ਰੇਨਾਂ ਜਾਂਦੀਆਂ ਸੀ, 47 ਤੋਂ ਪਹਿਲਾਂ ਵੀ ਜਾਂਦੀਆਂ ਸੀ। ਹੁਣ ਵੀ ਬੜੀ ਆਸਾਨੀ ਨਾਲ ਇੱਕ ਦੂਜੇ ਦੇ ਜਾਇਆ ਆਇਆ ਜਾ ਸਕਦਾ, ਕੋਈ ਬੜੀ ਗੱਲ ਨਹੀਂ ਹੈ। ਤਾਂ ਜੇ ਇਹ ਬਾਰਡਰ ਖੁੱਲਦੇ ਨੇ, ਜਿਹੜਾ ਇਹ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਸੁਰੱਖਿਆ ਨੂੰ ਖਤਰਾ ਹੈ। ਅੱਜ ਕੱਲ ਨਾ ਲੜਾਈਆਂ ਬਾਰਡਰ ਤੇ ਹੋਣੀਆਂ ਨੇ ਬਾਰਡਰ ਦੀ ਤਰ੍ਹਾਂ, ਅੱਜ ਕੱਲ ਲੜਾਈਆਂ ਮਜਾਇਲਾਂ ਨਾਲ ਹੁੰਦੀਆਂ ਨੇ। ਉਹ ਮਜਾਇਲ ਕਿਤੇ ਵੀ ਜਾ ਕੇ ਡਿੱਗਦੀ ਹੈ, ਉਹ ਤੁਹਾਡੇ ਬਾਰਡਰ ਤੇ ਨਹੀਂ ਡਿੱਗਦੀ, ਦੂਰ ਨੇੜੇ ਹੋ ਜਾਂਦੀ ਹੈ। ਔਰ ਇਸੇ ਤਰੀਕੇ ਦੇ ਨਾਲ ਅੱਜ ਕੱਲ ਜਿਹੜੇ ਇੱਕ ਦੂਜੇ ਨੂੰ ਖਤਰੇ ਨੇ, ਉਹ ਖਤਰੇ ਵੀ ਹੁਣ ਪੁਰਾਣੇ ਤਰੀਕੇ ਦੇ ਨਹੀਂ ਰਹੇ ਵੀ ਬਾਰਡਰ ਤੋਂ ਆਏ ਆਜੂਗਾ, ਨਹੀਂ। ਹੁਣ ਤੱਕ ਤਾਂ ਤੁਸੀਂ ਲੜਦੇ ਰਹੇ ਹੋ, ਹੁਣ ਤੱਕ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਹੋ, ਤਾਂ ਕਿਉਂ ਫਿਰ ਉਹੀ ਤਸਕਰੀ ਹੋਈ ਜਾਂਦੀ ਹੈ? ਨਸ਼ਾ ਵੀ ਤੁਹਾਡੇ ਤੋਂ ਨਹੀਂ ਰੁਕਿਆ ਉੱਥੇ ਆਉਣ ਵਾਲਾ, ਜਿਹੜਾ ਕੁਛ ਪੈਟੀਏ ਨੇ ਉਹ ਵੀ ਤੁਹਾਡੇ ਤੋਂ ਨਹੀਂ ਰੁਕੇ ਆਉਣ ਵਾਲੇ। ਇਹਦਾ ਮਤਲਬ ਮਾਮਲਾ ਕੱਲਾ ਇਹ ਤਰੀਕਾ ਜਿਹੜਾ ਤੁਸੀਂ ਵਰਤਦੇ ਹੋ ਇਹਦੇ ਵਾਲਾ ਨਹੀਂ ਹੈ। ਅਮੀਰ ਸਿੰਘ ਜੀ, ਜਿਹੜਾ ਨਵਾਂ ਛਿੜਿਆ ਕਿ ਮੋਦੀ ਸਾਹਿਬ ਦਾ ਇਸ ਤਰ੍ਹਾਂ ਮਤਲਬ ਕਿ ਮਾਫੀ ਮੰਗ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨਾ, ਇਹ ਚੀਨ ਦੇ ਨਾਲ ਵੀ ਜੁੜਿਆ ਕਿਤੇ ਨਾ ਕਿਤੇ, ਕਿ ਉਹ ਉਧਰੋਂ ਘੇਰਾਬੰਦੀ ਵਧਾਉਂਦੇ ਜਾ ਰਹੇ ਨੇ। ਇਹਦੇ ਚ ਕਿੰਨੀ ਕੁ ਹੈ? ਨਾਲੋਂ ਨਾਲ ਮਿਸ਼ਨ ਯੂਪੀ ਦੀ ਵੀ ਗੱਲ ਹੁੰਦੀ ਹੈ ਕਿ ਉਧਰ ਵੀ ਸਾਫ਼ ਜਿਹੜਾ ਕੰਧ ਤੇ ਦਿਖਾਈ ਦੇ ਰਿਹਾ ਬੀਜੇਪੀ ਨੂੰ ਕਿ ਉੱਥੋਂ ਐਤਕੀ ਕੁਝ ਵੀ ਹਾਸਲ ਨਹੀਂ ਹੋਣਾ। ਨਹੀਂ, ਉਹ ਤਾਂ ਹੈ ਹੀ ਹੈ। ਇਹ ਤਾਂ ਸਾਰੇ ਹੀ ਕਹਿ ਰਹੇ ਨੇ ਕਿ ਯੂਪੀ ਇੱਕ ਬੜੀ ਵੱਡੀ ਗੱਲ ਹੈਗੀ ਹੈ। 2022 ਦੇ ਵਿੱਚ ਜਿਹੜਾ ਕਿਸਾਨ ਮੋਰਚੇ ਨੇ ਇੱਕ ਵਰਤਾਂਤ ਸ਼ੁਰੂ ਕੀਤਾ ਹੈ, ਉਹ ਸ਼ੁਰੂ ਯੂਪੀ ਦੇ ਲੋਕਾਂ ਦੇ ਜਿਹੜੇ ਫਿਰਕੂ ਵੰਡ ਸੀ ਉਹਨੂੰ ਜੋੜਨ ਦਾ ਕੰਮ ਕੀਤਾ। ਜਿਹੜਾ ਮੁਜ਼ੱਫਰਨਗਰ ਮਹਾਪੰਚਾਇਤ 'ਚ ਨਾਅਰਾ ਦਿੱਤਾ ਸੀ, ਜਿਹੜਾ ਸ਼ਾਇਦ ਅੱਜ ਦੀ 22 ਦੀ ਜਿਹੜੀ ਲਖਨਊ ਦੀ ਮਹਾਪੰਚਾਇਤ 'ਚ ਵੀ ਲੋਕਾਂ ਦਾ ਇਕੱਠ ਦੱਸੇਗਾ, ਜਿਹਨੇ ਕਿਹਾ ਇਹ ਤੋੜਨਗੇ ਅਸੀਂ ਜੋੜਾਂਗੇ, ਉਹਦੇ ਨਾਲ ਬੀਜੇਪੀ ਨੂੰ
ਕਿਹਾ ਜਾਂਦਾ ਕਿ ਬਹੁਤ ਵੱਡਾ ਲਾਸ ਦਿਖਾਈ ਦਿੰਦਾ ਵੋਟਿੰਗ ਪੈਟਰਨ ਦੇ ਵਿੱਚ। ਇੰਟਰਨੈਸ਼ਨਲ ਪੋਲਿਟਿਕਸ ਵੀ ਜਦੋਂ ਬਦਲਦੀ ਉਹ ਵੀ ਗੱਲ ਠੀਕ ਹੈ, ਕਿਉਂਕਿ ਹੁਣ ਤਾਂ ਸਾਰੇ ਮੰਨਦੇ ਨੇ ਕਿ ਚੀਨ ਅੱਗੇ ਆ ਰਿਹਾ ਹੈ ਸਾਡੇ ਵਾਲੇ ਇਧਰਲੇ ਪਾਸੇ, ਤੇ ਉਹਨੇ ਘਰ ਵੀ ਨੇੜੇ ਤੇੜੇ ਬਣਾ ਲਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ, ਕਹਿੰਦੇ ਨੇ ਪਰਮਾਨੈਂਟ ਰਿਹਾਇਸ਼ਾਂ ਬਣਾ ਲਈਆਂ ਨੇ। ਤੇ ਪਰ ਤੁਹਾਡੇ ਚ ਫਿਰ ਉਹ ਹਿੰਮਤ ਚੀਨ ਨਾਲ ਤਾਂ ਮਾੜਾ ਮੋਟਾ ਬਿਆਨ ਦੇਣ ਦੀ ਹੈ, ਬਾਕੀ ਦਾ ਤੁਸੀਂ ਡਿਸਕੋਰਸ ਚਲਾ ਰਹੇ ਹੋ ਕਿ ਪਾਕਿਸਤਾਨ ਤੇ ਦੁਸ਼ਮਣ ਰਹਿਣ। ਮੈਨੂੰ ਇਹ ਲੱਗਦਾ ਵੀ ਸਗੋਂ ਸੁਰੱਖਿਆ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਦੇਸ਼ ਸੁਰੱਖਿਅਤ ਰਹਿੰਦੇ ਨੇ, ਜਿਓ ਪਾਲਿਸੀ ਦੇ ਤੌਰ ਤੇ, ਜੇ ਦੱਖਣੀ ਏਸ਼ੀਆ ਦੇ ਦੇਸ਼, ਜਿਹੜੀ ਸਾਡੀ ਇੱਕ ਜਥੇਬੰਦੀ ਬਣੀ ਹੋਈ ਹੈ ਦੱਖਣੀ ਏਸ਼ੀਅਨ ਦੇਸ਼ਾਂ ਦੀ, ਸਾਰਕ, ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ, ਉਹ ਸਾਰਕ ਜੇ ਮਜ਼ਬੂਤ ਹੁੰਦੀ ਹੈ, ਇੱਕ ਦੱਖਣੀ ਏਸ਼ੀਆ ਦਾ ਖਿੱਤੇ ਦਾ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਤਾਂ ਇਹ ਗਲੋਬਲ ਲੈਵਲ ਤੇ ਵੀ ਇੱਕ ਵੱਡੀ ਤਾਕਤ ਬਣਦੀ ਹੈ। ਵਪਾਰ ਦੇ ਮਾਮਲੇ ਦੇ ਵਿੱਚ ਵੀ, ਫੌਜੀ ਮਾਮਲੇ ਦੇ ਵਿੱਚ ਵੀ, ਵਿਕਾਸ ਦੇ ਮਾਮਲੇ ਦੇ ਵਿੱਚ ਵੀ। ਜਿੰਨਾ ਇਹਨਾਂ ਦਾ ਹਥਿਆਰਾਂ ਤੇ ਖਰਚ ਹੁੰਦਾ, ਜਿੰਨਾ ਇੱਕ ਦੂਜੇ ਦੇ ਖਿਲਾਫ એનર્ਜੀ ਵੇਸਟ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਵਿਕਾਸ ਤੇ ਖਰਚ ਹੋ ਸਕਦੀਆਂ ਨੇ, ਉਹ ਪੜ੍ਹਾਈ ਤੇ ਖਰਚ ਹੋ ਸਕਦੀਆਂ ਨੇ, ਸਿਹਤ ਤੇ ਖਰਚ ਹੋ ਸਕਦੀਆਂ ਨੇ, ਰੁਜ਼ਗਾਰ ਤੇ ਖਰਚ ਹੋ ਸਕਦੀਆਂ ਨੇ। ਜਦੋਂ ਉਹਦੇ ਤੇ ਖਰਚ ਹੋਣਗੀਆਂ ਤਾਂ ਸਾਡੇ ਜਿਹੜੇ ਇੱਕ ਪੂਰਾ ਐਡਾ ਵੱਡਾ ਖਿੱਤਾ ਹੈ ਜਿਹਦੇ ਚ ਦੁਨੀਆ ਦੀ ਲਗਭਗ ਚੌਥਾ ਹਿੱਸਾ ਆਬਾਦੀ ਹੋ ਜਾਏਗੀ, ਜੇ ਸਾਰੇ ਇਕੱਠੇ ਕਰ ਲਓ ਇਹ, ਤਾਂ ਇਹ ਆਟੋਮੈਟਿਕਲੀ ਤਾਕਤ ਜਿਹੜੀ ਉਸ ਪੱਧਰ ਦੇ ਉੱਤੇ ਬਣੂਗੀ। ਇਸ ਲਈ ਦੱਖਣੀ ਏਸ਼ੀਆ ਦੇ ਵਿੱਚ ਸ਼ਾਂਤੀ ਲਈ ਭਾਰਤ ਪਾਕਿਸਤਾਨ ਸੰਬੰਧਾਂ ਦਾ ਸੁਧਰਨਾ ਬੜਾ ਜ਼ਰੂਰੀ ਕੰਮ ਹੈ। ਇਹਦੇ ਲਈ ਉਹ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਿਸਾਨ ਅੰਦੋਲਨ ਦੇ ਵਿੱਚ ਅਜੇ ਵੀ ਇੱਕ ਵਰਤਾਂਤ ਚਲਾਇਆ ਜਾ ਰਿਹਾ ਹੈ ਗੋਦੀ ਮੀਡੀਆ ਵੱਲੋਂ ਕਿ ਇਹ ਤਾਂ ਨਰਿੰਦਰ ਮੋਦੀ ਨੇ ਬੜਾ ਵੱਡਾ ਕੰਮ ਕੀਤਾ, ਖਾਲਿਸਤਾਨੀ ਆ ਗਏ ਸੀ ਉਹਦੇ ਵਿੱਚ, ਨਹੀਂ ਤਾਂ ਮਤਲਬ ਅੱਗੇ ਦੇਸ਼ ਨੂੰ ਹੋਰ ਇੱਕ ਸੰਕਟ ਦਾ ਸਾਹਮਣਾ ਕਰਨਾ ਪੈਣਾ ਸੀ, ਪਤਾ ਨਹੀਂ ਅੱਤਵਾਦ ਪੈਦਾ ਹੋ ਜਾਣਾ ਸੀ ਜਾਂ ਫਲਾਣਾ। ਤੁਸੀਂ ਪਹਿਲਾਂ ਹੀ ਖਾਲਿਸਤਾਨੀ ਹੋਣ, ਮਾਓਵਾਦੀ ਹੋਣ, ਜੇ ਉਹ ਤਾਂ ਸ਼ੁਰੂ ਚ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੀ। ਵਿੱਚ ਦੀ ਪਿਛਲੇ 5-6 ਮਹੀਨਿਆਂ ਤੋਂ ਕੋਈ ਕਾਰਵਾਈ ਹੋਈ ਹੈ? ਕਦੇ ਕੋਈ ਖਾਲਿਸਤਾਨ ਦਾ ਬਿਆਨ ਆਇਆ? ਕਦੇ ਕੋਈ ਕਿਸੇ ਬੰਦੇ ਨੇ ਉੱਥੇ ਜਾ ਕੇ ਬਾਰਡਰਾਂ ਦੇ ਉੱਤੇ ਗੱਲ ਸਾਡੇ ਸਾਹਮਣੇ ਆਈ ਹੈ? ਪਰ ਤੁਸੀਂ ਜਾਣਬੁੱਝ ਕੇ, ਤੁਸੀਂ ਅਸਲ ਦੇ ਵਿੱਚ ਇਹ ਨਹੀਂ ਦੱਸਣਾ ਚਾਹੁੰਦੇ ਕਿ ਲੋਕਾਂ ਦੀ ਤਾਕਤ ਅੱਗੇ ਸਰਕਾਰ ਨੂੰ ਝੁਕਣਾ ਪੈ ਰਿਹਾ ਹੈ, ਉਹਦੀ ਸਿਆਸਤ ਹਾਰ ਰਹੀ ਹੈ, ਲੋਕ ਤਾਕਤ ਦੇ ਸਾਹਮਣੇ ਸਿਆਸੀ ਹਾਰ ਹੈ। ਤੁਸੀਂ ਉਹਨੂੰ ਕੋਈ ਹੋਰ ਰਸਤਾ ਦੇ ਕੇ ਇੱਕ ਨਵਾਂ ਵਿਗਾੜ ਵਾਲਾ ਤਰੀਕਾ ਪੈਦਾ ਕਰਨਾ ਚਾਹੁੰਦੇ ਹੋ। ਵਿਗਾੜ ਦਾ ਮਤਲਬ ਇਹੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਦੇਸ਼ ਦੇ ਉਸ ਪਾਸੇ ਵੱਲ ਸੋਚਣ। ਹਾਲਾਂਕਿ ਇਹ ਬਹੁਤ ਵੱਡਾ, ਜੇ ਸਹੀ ਵਰਤਾਂਤ ਛੇੜਿਆ ਜਾਵੇ ਤਾਂ ਇਹ ਹੈ ਕਿ ਜਮਹੂਰੀਅਤ ਦੀ ਜਿੱਤ ਹੋਈ ਹੈ। ਦੇਸ਼ ਦੇ ਆਮ ਲੋਕ, ਜਿਹੜਾ ਤਾਨਾਸ਼ਾਹ ਕਿਸਮ ਦੀ ਰੁਚੀ ਸੀ, ਜਿਹੜੀ ਤਾਕਤਾਂ ਦੇ ਕੇਂਦਰੀਕਰਨ ਦੀ ਗੱਲ ਸੀ, ਜਿਹੜਾ ਅੜੀਅਰ ਸੁਭਾਅ ਸੀ, ਉਹਦੇ ਮੁਕਾਬਲੇ ਲੋਕਾਂ ਦੀ ਜਮਹੂਰੀ ਤੌਰ ਤਰੀਕੇ ਨੇ, ਸ਼ਾਂਤਮਈ ਤਰੀਕੇ ਨੇ, ਦ੍ਰਿੜਤਾ ਨੇ, ਦਲੇਰੀ ਨੇ, ਸਬਰ ਨੇ, ਸੰਤੋਖ ਨੇ ਜਿੱਤ ਹਾਸਲ ਕੀਤੀ ਹੈ। ਔਰ ਜੇ ਇਹਨੂੰ ਐਵੇਂ ਪ੍ਰਚਾਰਿਆ ਜਾਏ ਤਾਂ ਦੇਸ਼ ਦੀ ਡੈਮੋਕ੍ਰੇਸੀ ਮਜ਼ਬੂਤ ਹੋਏਗੀ। ਦੇਸ਼ ਦੇ ਵਿੱਚ ਇਹ ਹੋਏਗਾ ਕਿ ਹਾਂ, ਅਜੇ ਵੀ ਜਮਹੂਰੀਅਤ ਲੋਕ ਬਚਾ ਸਕਦੇ ਨੇ। ਲੋਕ ਉਤਸ਼ਾਹਤ ਹੋ ਕੇ ਅੱਗੇ ਹੋਰ ਸੋਚਣਗੇ ਕਿ ਸਾਡੀ ਸਿਆਸਤ ਦੇ ਵਿੱਚ ਫਿਰ ਕੀ ਸੁਧਾਰ ਨੇ। ਸੁਧਾਰ ਇਕੱਲੇ ਇਕਨੋਮਿਕ ਸੁਧਾਰ ਚਾਹੀਦੇ ਨੇ ਜਿਹੜੇ ਸਰਕਾਰ ਕਹਿੰਦੀ ਹੈ, ਸੁਧਾਰ ਸਿਆਸੀ ਵੀ ਚਾਹੀਦੇ ਨੇ। ਸਿਆਸੀ ਸੁਧਾਰਾਂ 'ਚ ਕਿਵੇਂ ਕਬਜ਼ਾ ਕਰ ਬੈਠਾ ਕੋਈ ਪਰਿਵਾਰ, ਕਿਵੇਂ ਕਬਜ਼ਾ ਕਰੀ ਬੈਠਾ ਕੋਈ ਇੱਕ ਵਿਅਕਤੀ, ਕਿਵੇਂ ਕਬਜ਼ਾ ਕਰੀ ਬੈਠੀ ਹੈ ਕੋਈ ਇੱਕ ਪਾਰਟੀ, ਇਹ ਲੋਕਾਂ ਦੀ ਤਾਕਤ ਲੋਕ ਵਰਤਣ ਲੱਗਣਗੇ ਤਾਂ ਉਹਦੇ 'ਚ ਵੀ ਤਾਂ ਸੁਧਾਰਾਂ ਦਾ ਏਜੰਡਾ ਲੱਗਣਾ ਚਾਹੀਦਾ ਨਾ। ਸਿਆਸੀ ਸੁਧਾਰਾਂ ਦੀ ਕਿਉਂ ਜ਼ਰੂਰਤ ਨਹੀਂ? ਇਹ ਜ਼ਰੂਰਤ ਤੇ ਉਂਗਲ ਕਿਉਂ ਨਹੀਂ ਧਰੀ ਜਾ ਰਹੀ? ਇਹ ਸਭ ਤੋਂ ਮਹੱਤਵਪੂਰਨ ਸਵਾਲ ਬਣਨਾ ਚਾਹੀਦਾ ਇਸ ਮੋਰਚੇ ਦੀ ਜਿੱਤ ਤੋਂ ਬਾਅਦ। ਬਿਲਕੁਲ ਹਮੀਰ ਸਿੰਘ ਜੀ, ਮੈਂ ਆਖਰੀ ਸਵਾਲ ਇਹੀ ਕਰਨਾ ਸੀ ਕਿ ਜਦੋਂ ਤੁਸੀਂ ਲਿਖਦੇ ਹੋ ਕਿ ਕਿਸਾਨੀ ਅੰਦੋਲਨ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਹੋਰ ਵੀ ਵੱਧਦੀਆਂ ਨੇ, ਆਮ ਚਰਚਾ ਵੀ ਇਹ ਆ ਕਿ ਅੰਦੋਲਨ ਤਾਂ ਹੁਣ ਸ਼ੁਰੂ ਹੋਇਆ, ਸੰਘਰਸ਼ ਹੁਣ ਸ਼ੁਰੂ ਹੋਇਆ, ਸਰਕਾਰ ਨੇ ਕਾਨੂੰਨ ਰੱਦ ਕਰ ਦਿੱਤੇ, ਪਰ ਅਸੀਂ ਅੱਗੋਂ ਕੀ? ਮਿਸ਼ਨ ਪੰਜਾਬ ਦੀ ਗੱਲ ਹੋ ਰਹੀ ਹੈ, ਇਹਦੇ ਵਿੱਚ ਗੱਲ ਕਿਸਾਨਾਂ ਦੀ ਹੋ ਰਹੀ ਹੈ ਕਿ ਹੁਣ ਅੱਗੇ ਕੀ ਕਰਨਾ? ਹਾਂ ਬਿਲਕੁਲ, ਇੱਕ ਗੱਲ ਤਾਂ ਇਹੀ ਹੈ ਕਿ ਇਹ ਤਾਂ ਜੇ ਅਸੀਂ ਸਟੇਟਸ ਕੋ 'ਚ ਆਏ ਹਾਂ, ਮਤਲਬ 5 ਜੂਨ 2020 ਨੂੰ ਜਿੱਥੇ ਅਸੀਂ ਸੀਗੇ, ਇਹ 5 ਕਾਨੂੰਨ ਵਾਪਸ ਹੋ ਕੇ, 3 ਕਾਨੂੰਨ ਵਾਪਸ ਹੋ ਕੇ ਤਾਂ ਅਸੀਂ ਉੱਥੇ ਆਵਾਂਗੇ ਮੁੜ ਕੇ, ਹੈ ਨਾ। ਤੰਗੀ ਤਾਂ ਪਹਿਲਾਂ ਹੀ ਹੈ। ਤੇ ਦੂਜੀ ਗੱਲ ਇਹ ਹੈ ਕਿ ਜੇ MSP ਤੇ ਖਰੀਦ ਦੀ ਗਰੰਟੀ ਕਿਸ ਹੱਦ ਤੱਕ ਅੱਗੇ ਜਾਂਦੀ ਹੈ, ਉਹ ਥੋੜਾ ਜਿਹਾ ਅਗਲਾ ਕਦਮ ਹੋਊਗਾ, ਬਾਕੀ ਤਾਂ ਅਸੀਂ ਉੱਥੇ ਹੀ ਖੜੇ ਹਾਂ। ਦੂਜੀ ਗੱਲ ਇਹ ਹੈ ਨਾਲ, ਹੁਣ ਸਾਡੇ ਵਿਗਾੜ ਕੀ ਨੇ? ਇਹਦੇ ਲਈ ਏਜੰਡਾ ਚਾਹੀਦਾ, ਇੱਕ ਬਦਲਵੀਂ ਸਿਆਸਤ ਦਾ ਇਕਨੋਮਿਕ ਮਾਡਲ ਚਾਹੀਦਾ। ਉਹਦੇ ਲਈ ਕੌਣ ਕੰਮ ਕਰੇਗਾ? ਉਹਦੇ ਲਈ ਸਾਡੀਆਂ ਇਹ ਟ੍ਰੈਡੀਸ਼ਨਲ ਪਾਰਟੀਆਂ ਨੇ ਨਹੀਂ ਕੰਮ ਕਰਨਾ। ਸਾਡੇ ਸਾਹਮਣੇ ਆ, ਚਾਹੇ ਦੇਸ਼ ਦੀਆਂ ਨੇ ਚਾਹੇ ਪੰਜਾਬ ਦੀਆਂ ਨੇ। ਪੰਜਾਬ ਵਾਲੇ ਤਾਂ ਹੁਣ ਅੱਜ ਕਾਂਗਰਸ ਰੈਲੀ ਕਰ ਰਹੀ ਹੈ, ਉਹ ਕਹਿੰਦੀ ਅਸੀਂ ਜਿੱਤਾਂਗੇ, ਦੁਬਾਰਾ ਆਵਾਂਗੇ।
ਕੇਜਰੀਵਾਲ ਆਇਆ ਹੋਇਆ ਹੈ, ਕੇਜਰੀਵਾਲ ਕਹਿੰਦਾ ਸਾਡਾ ਆਊਗਾ 22 ਮਿਸ਼ਨ, ਅਸੀਂ 22 ਪੂਰਾ ਕਰਾਂਗੇ। ਕੋਈ ਅਕਾਲੀ ਲੱਗੇ ਹੋਏ ਨੇ ਪਹਿਲਾਂ ਤੋਂ ਕੈਂਡੀਡੇਟ ਐਲਾਨਣ, ਮਤਲਬ ਉਹਨਾਂ ਦਾ ਤਾਂ ਹੈਗਾ ਮਿਸ਼ਨ 22। ਬਿਲਕੁਲ ਮਿਸ਼ਨ 22 ਦਾ ਮਤਲਬ ਕੀ ਹੈ? ਸੱਤਾ ਤੇ ਕਬਜ਼ਾ। ਕਬਜ਼ਾ, ਬਿਲਕੁਲ। ਪਰ ਕਿਸਾਨ ਅੰਦੋਲਨ ਤੇ ਆਮ ਲੋਕਾਂ ਦਾ ਮਿਸ਼ਨ 22 ਨਹੀਂ ਹੋ ਸਕਦਾ। ਮਿਸ਼ਨ 22 ਜਿਵੇਂ ਇਹ ਅੰਦੋਲਨ ਇੱਕ ਪੜਾਅ ਸੀ, ਇਹ ਗਵਰਨਮੈਂਟ ਨੂੰ ਪਿੱਛੇ ਹਟਾਉਣਾ ਇੱਕ ਪੜਾਅ ਸੀ, ਪਹਿਲਾ ਕਦਮ ਜਿੱਤਿਆ ਗਿਆ, ਉਸੇ ਤਰ੍ਹਾਂ ਇੱਕ ਅਗਲਾ ਕਦਮ 22 ਦੇ ਵਿੱਚ ਇੱਕ ਕਿਹੜਾ ਏਜੰਡਾ ਲੋਕਾਂ ਦਾ ਏਜੰਡਾ ਬਣੇ, ਸਰਕਾਰਾਂ ਦਾ ਏਜੰਡਾ ਬਣੇ, ਜਿਹੜਾ ਏਜੰਡਾ ਫੈਡਰਲਿਜ਼ਮ ਦਾ ਏਜੰਡਾ ਹੋਵੇ, ਜਿਹੜਾ ਏਜੰਡਾ ਲੋਕਾਂ ਨੂੰ ਅਧਿਕਾਰਾਂ ਦਾ, ਪੰਚਾਇਤੀ ਰਾਜ ਸੰਸਥਾਵਾਂ ਨੂੰ, ਲੋਕਲ ਬਾਡੀਜ਼ ਨੂੰ ਅਧਿਕਾਰਾਂ ਦਾ ਏਜੰਡਾ ਹੋਵੇ, ਜਿਹੜਾ ਏਜੰਡਾ ਗ੍ਰਾਮ ਸਭਾਵਾਂ ਤੇ ਵਾਰਡ ਸਭਾਵਾਂ ਦੀ ਸਰਗਰਮੀ ਰਾਹੀਂ ਆਗੂਆਂ ਨੂੰ ਲੋਕਾਂ ਸਾਹਮਣੇ ਜਵਾਬਦੇਹ ਬਣਾਉਣ ਦਾ ਹੋਵੇ, ਜਿਹੜਾ ਏਜੰਡਾ ਲੋਕਾਂ ਲਈ ਰੁਜ਼ਗਾਰ ਦਾ ਏਜੰਡਾ ਹੋਵੇ, ਸਿਹਤ ਦਾ ਏਜੰਡਾ ਹੋਵੇ, ਇੱਕੋ ਜਿਹੀ ਸਿੱਖਿਆ ਦਾ ਏਜੰਡਾ ਹੋਵੇ, ਵਾਤਾਵਰਣ ਦੇ ਗਿਰਾਵਟ ਨੂੰ ਰੋਕਣ ਦਾ ਏਜੰਡਾ ਹੋਵੇ, ਪਾਣੀ ਬਚਾਉਣ ਦਾ ਏਜੰਡਾ ਹੋਵੇ, ਉਹ ਸਾਰਾ ਏਜੰਡਾ ਕੌਣ ਲੈ ਕੇ ਆਏਗਾ? ਜਾਂ ਜਿਹੜੀ ਵੱਡੀ ਲੜਾਈ ਸ਼ੁਰੂ ਕਰ ਰੱਖੀ ਹੈ ਕਾਰਪੋਰੇਟੋ ਭਾਰਤ ਛੱਡੋ ਦੀ, ਕਾਰਪੋਰੇਟ ਵਿਕਾਸ ਦੇ ਮਾਡਲ ਦੇ ਬਰਾਬਰ ਇੱਕ ਵਿਕਾਸ ਦਾ ਮਾਡਲ ਦਿੱਤਾ ਜਾਏ, ਇਹ ਏਜੰਡਾ ਤਾਂ ਕਿਸਾਨ ਮੋਰਚੇ ਦਾ, ਇਹ ਏਜੰਡਾ ਬਾਕੀ ਦਾ ਕਿਸੇ ਦਾ ਨਹੀਂ ਹੈ। ਬਿਲਕੁਲ। ਤਾਂ ਹੁਣ ਅਗਲਾ ਕਦਮ ਕਿਸਾਨ ਮੋਰਚੇ ਦੀਆਂ ਜਿਹੜੀਆਂ 32 ਜਥੇਬੰਦੀਆਂ ਪੰਜਾਬ 'ਚ ਨੇ, ਉਹ ਬੈਠ ਨਹੀਂ ਜਾਣਗੀਆਂ, ਮੇਰਾ ਖਿਆਲ ਹੈ ਬੈਠਣਾ ਨਹੀਂ, ਕਿ ਪੰਜਾਬ 'ਚ ਆ ਕੇ ਉਹਨਾਂ ਨੂੰ 22 ਤੱਕ ਵੀ ਲੋਕਾਂ ਦੀ ਸੋਝੀ ਨੂੰ ਤੇ 22 ਤੋਂ ਬਾਅਦ ਵਾਲੀ ਗੱਲ ਵੀ ਦਿਖਾਉਣੀ ਪਏਗੀ ਕਿ ਇਦੋਂ ਬਾਅਦ ਵੀ ਸਰਕਾਰਾਂ ਨੂੰ ਜਵਾਬਦੇਹ ਬਣਾਉਣਾ ਤੇ ਅੱਗੇ ਕਰਨਾ ਅਸੀਂ ਕਿਵੇਂ ਕਰਨਾ। ਇਹ ਜ਼ਿੰਮੇਵਾਰੀ ਹੁਣ ਤੁਸੀਂ ਦੇਖੋ ਕਿ ਬੇਭਰੋਸਗੀ ਹੈ ਸਾਰੀਆਂ ਪਾਰਟੀਆਂ ਤੇ। ਤਾਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਲ ਸੰਬੋਧਨ 'ਚ ਕਿਹਾ ਕਿ ਮੈਂ 3 ਦੇ ਬਿੱਲ ਵਾਪਸ ਲੈ ਰਿਹਾ। ਯਕੀਨ ਨਹੀਂ ਨਾ ਹੋ ਰਿਹਾ, ਸਭ ਨੂੰ ਕਹਿੰਦੇ ਨਹੀਂ, ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਕੀਤਾ ਜਾਂਦਾ ਉਵੇਂ ਹੀ ਵਾਪਸ ਨਹੀਂ ਹੁੰਦਾ, ਰਾਸ਼ਟਰਪਤੀ ਦੀ ਮੋਹਰ ਨਹੀਂ ਲੱਗਦੀ, ਮੁੱਕਰ ਸਕਦੇ ਹੋ। ਕਿੰਨੀ ਵੱਡੀ ਟ੍ਰੈਜਡੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਤੇ ਦੇਸ਼ ਦੇ ਲੋਕਾਂ ਨੂੰ ਯਕੀਨ ਨਹੀਂ ਹੈ ਕਿ ਮੁੱਕਰ ਵੀ ਸਕਦਾ। ਉਸੇ ਤਰ੍ਹਾਂ ਸਾਡੀਆਂ ਪਾਰਟੀਆਂ ਨੇ ਇਹ ਜਿਹੜਾ ਮਿਸ਼ਨ 22 'ਚ ਕਹਿੰਦੇ ਨੇ ਇਹ ਕਰਦਾ, ਕਿ ਇਹਨਾਂ ਤੇ ਅਸਲ ਕਿਹੜਾ ਯਕੀਨ ਹੈ ਲੋਕਾਂ ਨੂੰ? ਅਗਲਾ ਕਹਿੰਦਾ ਪਹਿਲਾਂ ਕਿੰਨੇ ਵਾਰੀ ਵਾਅਦੇ ਕਰਕੇ ਮੁੱਕਰੇ ਹੋ, ਕਿੰਨੇ ਵਾਰੀ ਮੈਨੀਫੈਸਟੋ 'ਚ ਵਾਅਦੇ ਕਰ ਲਏ, ਮੁੱਕਰ ਗਏ। ਤਾਂ ਭਰੋਸਾ ਕਿਹਦੇ ਤੇ ਆ ਹਜੇ ਲੋਕਾਂ ਨੂੰ ਜੇ ਹੈ ਤਾਂ ਉਹ ਅਜੇ ਵੀ ਇਸ ਮੋਰਚੇ ਦੇ ਲੀਡਰਾਂ ਤੇ ਭਰੋਸਾ। ਜਦੋਂ ਲੀਡਰ ਪਿੰਡ ਪਿੰਡ ਸ਼ਹਿਰ ਸ਼ਹਿਰ ਨਿਕਲਣਗੇ ਇਸ ਤੋਂ ਬਾਅਦ ਆ ਕੇ ਉਹ ਕਹਿਣਗੇ ਕਿ ਆਹ ਪੰਜਾਬ ਦਾ ਏਜੰਡਾ ਹੈ, ਜੇ ਤਾਂ ਇਸ ਏਜੰਡੇ ਲਈ ਕੋਈ ਹੋਰ ਧਿਰ ਨਜ਼ਰ ਆਉਂਦੀ ਹੈ ਤਾਂ ਠੀਕ ਹੈ, ਉਧਰ ਚਲੇ ਜਾਣ। ਜੇ ਨਹੀਂ ਧਿਰ ਆਉਂਦੀ ਨਜ਼ਰ ਇਸ ਏਜੰਡੇ ਲਈ ਤਾਂ ਨਵੀਂ ਅਲਟਰਨੇਟਿਵ ਪੋਲੀਟੀਕਲ ਧਿਰ ਖੜੀ ਕਰਨੀ ਪਊਗੀ। ਬਿਲਕੁਲ। ਨਵੀਂ ਧਿਰ ਦੇ ਤੌਰ ਤੇ ਫਿਰ ਲੋਕਾਂ ਦੇ ਸਾਹਮਣੇ ਇੱਕ ਜਾਣਾ ਪਏਗਾ। ਇਹ ਲੜਾਈ ਲੰਮੀ ਹੈ ਪਰ ਕਦਮ ਦਰ ਕਦਮ ਲੜਨੀ ਪਏਗੀ। ਲੰਮੀ ਇਸ ਕਰਕੇ ਵੀ ਹੈ ਕਿਉਂਕਿ ਨਰਿੰਦਰ ਮੋਦੀ ਇਹ ਕਹਿ ਚੁੱਕੇ ਨੇ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡੀ ਗਲਤੀ ਹੈ, ਉਹਨਾਂ ਨੇ ਇਹ ਕਿਹਾ ਕਿ ਗਲਤੀ ਹੈਗੀ ਹੈ, ਕੇਵਲ ਇੰਨੀ ਹੈ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ। ਗੱਲ ਤਾਂ ਸਾਡੀ ਉਹ ਠੀਕ ਹੈ, ਬਿਲਕੁਲ। ਉਹ ਇਹ ਕਹਿ ਰਹੇ ਨੇ ਗੱਲ ਸਾਡੀ ਠੀਕ ਹੈ। ਇਹਦਾ ਮਤਲਬ ਗੱਲ ਤੁਹਾਡੀ ਠੀਕ ਹੈ ਜੇਕਰ ਜਦੋਂ ਤਾਕਤਾਂ ਦਾ ਤਵਾਜ਼ਨ ਬਦਲੇਗਾ, ਜਦੋਂ ਹੋਰ ਪਾਵਰਫੁਲ ਹੋ ਜਾਣਗੇ, ਇਧਰਲੀ ਧਿਰ ਕਮਜ਼ੋਰ ਹੋ ਜਾਏਗੀ ਤਾਂ ਦੁਬਾਰਾ ਫੇਰ ਲਾਏ ਆਉਣਗੇ ਉਹੀ ਕਾਨੂੰਨ। ਬਿਲਕੁਲ। ਜੇ ਇਧਰ ਤਾਕਤ ਵੱਧਦੀ ਜਾਂਦੀ ਹੈ, ਆਰਥਿਕ ਤਾਕਤ, ਸਿਆਸੀ ਤਾਕਤ, ਲੋਕਾਂ ਦੇ ਏਕੇ ਦੀ ਤਾਕਤ, ਤਾਂ ਸ਼ਾਇਦ ਕਿਸੇ ਦੀ ਹਿੰਮਤ ਨਹੀਂ ਪਏਗੀ। ਫਿਰ ਮੋੜ ਕੇ ਇੱਕ ਨਵੇਂ ਹੋਰ ਸੁਧਾਰਾਂ ਦੀ ਲੋੜ, ਸੁਧਾਰ ਜਿਹੜੇ ਕਾਰਪੋਰੇਟ ਪੱਖੀ ਨਾ ਹੋਣ, ਸੁਧਾਰ ਜਿਹੜੇ ਕਾਮਨ ਆਮ ਲੋਕਾਂ ਦੇ ਪੱਖ ਦੇ ਵਿੱਚ ਹੋਣ, ਔਰ ਜਿਹਦੇ 'ਚ ਆਮ ਲੋਕ ਤਾਕਤਵਰ ਬਣ, ਕੁਝ ਪਾਰਟੀਆਂ, ਵਿਅਕਤੀ ਜਾਂ ਕਾਰਪੋਰੇਟ ਨਾ ਬਣੇ। ਉਹਦੇ ਪੈਰਲਲ ਨਵੇਂ ਸੁਧਾਰਾਂ ਦੀ ਇੱਕ ਏਜੰਡੇ ਦੇ ਰੂਪ ਦੇ ਵਿੱਚ ਦੇਸ਼ ਵਿਆਪੀ ਸਿਆਸਤ ਦਾ ਮਾਹੌਲ ਵਿੱਢਣਾ ਪਏਗਾ। ਸ਼ੁਰੂਆਤ ਇਸ ਅੰਦੋਲਨ ਦੀ ਪੰਜਾਬ ਤੋਂ ਹੋਈ ਸੀ, ਇਸੇ ਕਰਕੇ ਸਿਆਸਤ ਦੀ ਸ਼ੁਰੂਆਤ ਵੀ ਪੰਜਾਬ ਦੇ ਲੈਵਲ ਤੇ ਹੋਣੀ ਹੈ ਤੇ ਅੱਗੇ ਦੇਸ਼ ਪੱਧਰ ਦੀ, ਜਿਵੇਂ ਦੇਸ਼ ਤੇ ਪੱਧਰ ਤੇ ਅੰਦੋਲਨ ਫੈਲਿਆ ਉਵੇਂ ਹੀ ਉਹ ਸਿਆਸੀ ਮਿਜਾਜ, ਉਹ ਸਿਆਸਤ ਦਾ ਏਜੰਡਾ ਵੀ ਦੇਸ਼ ਪੱਧਰ ਤੇ ਫੈਲਾਉਣਾ ਜ਼ਰੂਰੀ ਹੈ। ਦੇਸ਼ ਪੱਧਰ ਦੇ ਲੋਕਾਂ ਦੀ ਸਮਝਦਾਰੀ ਬਣਾਉਣਾ ਜ਼ਰੂਰੀ ਹੈ, ਉਹਨਾਂ ਨੂੰ ਇਕਜੁੱਟ ਕਰਨਾ ਜ਼ਰੂਰੀ ਹੈ ਜੇਕਰ ਲੋਕਾਂ ਦੇ ਭਵਿੱਖ ਦੀ ਬਚਾਅ ਦੀ ਕੋਈ ਗੱਲ ਕਰਨੀ ਹੈ ਤਾਂ। ਜੀ ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਤੁਹਾਡਾ ਜੀ। ਮਿਹਰਬਾਨੀ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਭਰੋਸਾ ਇਸ ਲਈ ਸਰਕਾਰ ਦੇ ਉੱਤੇ ਨਹੀਂ ਵੱਜਦਾ ਕਿ ਇਹ ਉਹੀ ਸਰਕਾਰ ਹੈ ਜਿਹਨੇ ਕਿਹਾ ਸੀ 15-15 ਲੱਖ ਤੁਹਾਡੇ ਖਾਤਿਆਂ ਦੇ ਵਿੱਚ ਆਉਣਾ। ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਾਨੂੰਨਾਂ ਨੂੰ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਤੱਕ ਪਾਸ ਹੋ ਜਾਂਦੇ ਨੇ, ਉਹਨੂੰ ਆ ਕੇ ਸਾਹਮਣੇ ਆ ਕੇ ਇਕੱਲੇ ਤੌਰ ਦੇ ਉੱਤੇ ਕਹਿ ਦਿੰਦੇ ਨੇ ਕਿ ਅਸੀਂ ਰੱਦ ਕਰ ਰਹੇ ਹਾਂ।
ਪਰ ਗੱਲ ਹੈ ਕਿ ਡੈਮੋਕ੍ਰੈਟਿਕ ਰਾਈਟਸ ਜਿਹੜੇ ਨੇ, ਡੈਮੋਕ੍ਰੇਸੀ ਹੈ ਸਾਡੇ ਮੁਲਕ ਦੇ ਵਿੱਚ, ਲੋਕਤੰਤਰ ਹੈ, ਤਾਂ ਤੁਸੀਂ ਲੋਕਤੰਤਰ ਦੇ ਵਿੱਚ ਰਹਿ ਕੇ ਇਕੱਲੇ ਤੌਰ ਦੇ ਉੱਤੇ ਫੈਸਲਾ ਕਿਵੇਂ ਕਰ ਸਕਦੇ ਹੋ? ਉੱਥੇ ਲੋਕ ਸਭਾ ਦੇ ਵਿੱਚ ਲਿਆਂਦਾ ਜਾਏਗਾ, ਰਾਜ ਸਭਾ 'ਚ ਲਿਆਂਦਾ ਜਾਏਗਾ, ਬੜੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਜਿਹੜੇ ਉਹ ਕਾਨੂੰਨ ਲਿਆਂਦੇ ਤੇ ਰੱਦ ਕੀਤੇ ਜਾ ਸਕਦੇ ਨੇ। ਇਸ ਕਰਕੇ ਲੋਕਾਂ ਦਾ ਭਰੋਸਾ ਨਹੀਂ ਬਚਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।